गुर प्रसाद जप आद सच जुगाद सच है भी सच नानक होसी भी सच पहनासन दुर्मत हरन कल मैं हर को नाम निस दिन जो नानक भजै सफल होए तेह काम तू चाओ सज्जन मैडिया देई सिस उतार नैन महंजे तरस दे कद पसी दीदार अमें दृष्ट शुभ करै हरै अग पाप सकल मल काम क्रोध हर लोभ मोह वस करै सबै बल सदा सुख मन वसै दुख संसार खोवै गुर नव निध दरिया जन्म हम कालख तोवै सुकहो टल गुर सेविया अहनस सहज सुबा दर्शन परसै गुरु का जन्म मरण दुख जाए दर्शन परसै गुरु का जन्म मरण दुख जाए। सतनाम श्री वाहिगुरु साहिब जी सोरठ महला पंजवा हृदय नाम वसायो कर बैठे गुरु त्यायो गुर पूरै सच कहया सो सुख साचा लहया हृदय नाम वसायो घर बैठे गुरु त्यायो गुर पूरै सच कहया सो सुख साचा लहया अपना होयो गुर मेहरबाना अनद सुख कल्याण मंगल स्यो कर आए कर इस नाना रहाओ साची गुर वड्याई ताकी कीमत कहन ना जाई
ਭੇਟਤ ਮਨ ਓ ਮਾਹਾ ਸਗਲ ਪਰਾਛਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈ ਲਾਥੇ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈ ਲਾਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਇਆਲ ਸਤਿਗੁਰੂ ਜਾਗਦੀ ਜੋਤ 10 ਪਾਤਸ਼ਾਹਾਂ ਦੇ ਆਤਮਕ ਸਰੂਪ ਦਇਆ ਦੇ ਸਾਗਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਗੋਦ ਅੰਦਰ ਹਫ਼ਤਾਵਾਰੀ ਦੀਵਾਨ ਵਿੱਚ ਆਪ ਜੀ ਸ਼ਰਧਾ ਪਿਆਰ ਨਾਲ ਹਾਜ਼ਰੀ ਭਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਗੁਰੂ ਘਰ ਦੇ ਨਿਯਮ ਮੁਤਾਬਕ ਆਪ ਜੀ ਨੇ ਸਰਵਣ ਕੀਤਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਣਾ ਦਿਵਸ ਪੂਰਾ ਹਫ਼ਤਾ ਸਤਿਗੁਰੂ ਜੀ ਦੇ ਇਸ ਪਾਵਨ ਅਸਥਾਨ 'ਤੇ ਮਨਾਇਆ ਗਿਆ। ਅੱਜ ਅਖੀਰਲਾ ਦਿਨ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਲੜੀਵਾਰ ਜੀਵਨ ਦੀ ਕਥਾ ਚੱਲ ਰਹੀ ਸੀ। ਇਤਿਹਾਸ ਦੀ ਕਥਾ ਦੇ ਅੰਦਰ ਜਦੋਂ ਪ੍ਰਸੰਗ ਚੱਲਦਾ ਏ, ਜਿਵੇਂ ਸਾਡੀਆਂ ਅੱਖਾਂ ਦੇ ਸਾਹਮਣੇ ਇਵੇਂ ਅਸੀਂ ਸਤਿਗੁਰੂ ਜੀ ਦਾ ਜੀਵਨ ਦਰਸ਼ਨ ਕਰਦੇ ਹਾਂ। ਉਹ ਆਪਣੇ ਆਪ ਵਿੱਚ ਹੀ ਇੱਕ ਵਿਸਥਾਰ ਹੈ। ਇਸ ਕਰਕੇ ਉਸ ਕਥਾ ਵਿੱਚ ਟੁਕਦੇ ਪ੍ਰਮਾਣ ਤੇ ਦ੍ਰਿਸ਼ਟਾਂਤ ਦੇ ਕਰਕੇ ਸਤਿਗੁਰਾਂ ਜੀ ਵੱਲੋਂ ਚਲਾਈ ਹੋਈ ਪ੍ਰਣਾਲੀ ਮੁਤਾਬਕ ਇੱਕ ਰਸ ਲਗਾਤਾਰ ਕਥਾ ਹੁੰਦੀ ਹੈ। ਭਾਵੇਂ ਕਿ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਅਤੇ ਮਹਾਰਾਜ ਜੀ ਦਾ ਇਤਿਹਾਸ ਇਹ ਅਨੰਤ ਹੈ। ਜਿਵੇਂ ਪੰਛੀ ਆਕਾਸ਼ ਵਿੱਚ ਉਡਾਰੀਆਂ ਲਾ ਕੇ ਆਕਾਸ਼ ਦੀ ਹਵਾ ਦਾ ਆਨੰਦ ਮਾਣ ਸਕਦਾ ਹੈ, ਪਰ ਆਕਾਸ਼ ਦੀ ਉਚਾਈ ਨੂੰ ਨਹੀਂ ਨਾਪ ਸਕਦਾ। ਮੱਛੀ ਤਾਰੀਆਂ ਲਾ ਕਰਕੇ ਸਮੁੰਦਰ ਦੇ ਪਾਣੀ ਦਾ ਆਨੰਦ ਮਾਣ ਸਕਦੀ ਹੈ, ਪਰ ਸਮੁੰਦਰ ਦੀ ਡੂੰਘਾਈ ਨੂੰ ਨਹੀਂ ਨਾਪ ਸਕਦੀ। ਸੱਚੇ ਪਾਤਸ਼ਾਹ ਜੀ ਦੇ
ਪਾਵਨ ਦਰਬਾਰ ਅੰਦਰ ਆ ਕਰਕੇ ਹਜ਼ੂਰ ਦੀ ਪਵਿੱਤਰ ਬਾਣੀ ਦੀ ਕਥਾ ਸੁਣਨੀ, ਜਿਹੜੀ ਪ੍ਰਣਾਲੀ ਸੱਚੇ ਪਾਤਸ਼ਾਹ ਨੇ ਆਪ ਚਲਾਈ। ਭਾਵੇਂ ਕਿ ਸਮੇਂ ਮੁਤਾਬਕ ਅਨੇਕਾਂ ਪ੍ਰਕਾਰ ਦੇ ਢੰਗਾਂ ਨਾਲ ਪ੍ਰਚਾਰ ਹੁੰਦਾ ਹੈ, ਉਹ ਵੀ ਬਹੁਤ ਜ਼ਰੂਰੀ ਹੈ, ਪਰ ਜੋ ਸੰਪਰਦਾਇ ਪ੍ਰਣਾਲੀ ਹੁੰਦੀ ਹੈ, ਜੋ ਸਾਡੇ ਤਖਤ ਸਾਹਿਬਾਂ 'ਤੇ ਇਹ ਪ੍ਰਣਾਲੀ ਬਾਦਸਤੂਰ ਚੱਲ ਰਹੀ ਹੈ, ਸਤਿਗੁਰੂ ਜੀ ਦੀ ਬਾਣੀ ਦੀ ਕਥਾ ਅਤੇ ਮਹਾਰਾਜ ਦੇ ਪਵਿੱਤਰ ਇਤਿਹਾਸ ਦੀ ਕਥਾ। ਅੱਜ ਦਾ ਵਿਸ਼ੇਸ਼ ਦਿਨ ਮਨਾਇਆ ਜਾ ਰਿਹਾ ਹੈ। ਮੈਂ ਕੁਝ ਬੇਨਤੀ ਕਰਨ ਤੋਂ ਪਹਿਲਾਂ ਇਹ ਆਪ ਜੀ ਦੇ ਚਰਨਾਂ ਵਿੱਚ ਸਨਿਮਰ ਪਹਿਲਾਂ ਬੇਨਤੀ ਕਰਾਂਗਾ ਕਿ ਸਤਸੰਗਤ ਦਾ ਜਿਹੜਾ ਕਰਨ ਦਾ ਪਹਿਲੀ ਜਿਹੜੀ ਸ਼ਰਤ ਹੈ ਉਹ ਹੈ, ਮਹਾਰਾਜ ਜੀ ਨੇ ਕਿਹਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਤੁਸੀਂ ਆਪਣੀਆਂ ਗੱਲਾਂ ਬਾਤਾਂ ਨੂੰ ਥੋੜ੍ਹੇ ਚਿਰ ਲਈ ਸੰਕੋਚ ਦਿਓ, ਕਿਉਂਕਿ ਸਰੋਤਾ ਜਦੋਂ ਜੁੜ ਕੇ ਸਾਹਮਣੇ ਕਥਾ ਸੁਣਦਾ ਹੈ ਤਾਂ ਕਰਕੇ ਹੀ ਬਖਤਾ ਕਥਾ ਕਰਨ ਦਾ ਬਲ ਪ੍ਰਾਪਤ ਕਰਦਾ ਹੈ। ਜੇ ਕਰਕੇ ਤੁਹਾਡੇ ਵੱਲੋਂ ਮੇਰੇ ਕੰਨਾਂ ਵਿੱਚ ਆਵਾਜ਼ ਪਵੇ ਤਾਂ ਬਿਰਤੀ ਉਖੜਨੀ, ਫਿਰ ਤੁਹਾਨੂੰ ਵੀ ਰਸ ਵਿੱਚ ਵਿਘਨ ਪਵੇਗਾ। ਅਤੇ ਮਹਾਰਾਜ ਜੀ ਨੇ ਵੀ ਇਹ ਵਾਕ ਕਹੇ ਹੈ ਕਿ ਹਰ ਜਸ ਮੈਂ ਜੋ ਬਾਤ ਚਲਾਵੈ, ਸੋ ਤਨਖਾਹੀਆ ਵੱਡੋ ਕਹਾਵੈ। ਪ੍ਰਬੰਧ ਕਰਦਿਆਂ ਕੋਈ ਜ਼ਰੂਰੀ ਬਚਨ ਕਰਨਾ ਵੀ ਪੈਂਦਾ ਹੈ, ਪਰ ਫਿਰ ਵੀ ਸਾਨੂੰ ਗੁਰੂ ਕੀ ਸੰਗਤ ਵਿੱਚ ਆਉਣ ਦਾ ਨਿਯਮ ਪਤਾ ਹੋਣਾ ਚਾਹੀਦਾ। ਮਹਾਰਾਜ ਦੀ ਸੰਗਤ ਵਿੱਚ ਕਿਵੇਂ ਆਈਦਾ? ਜੇ ਤੁਸੀਂ ਬੱਚਿਆਂ ਲਈ ਇਹ ਪਲੇ ਗਰਾਊਂਡ ਬਣਾ ਕੇ ਰੱਖੋਗੇ, ਇਬਾਦਤ ਵਿੱਚ ਕਿਵੇਂ ਜੁੜੋਗੇ? ਕਿਉਂਕਿ ਸੰਗਤ ਕੇਵਲ ਇੱਕ ਜਾਣਕਾਰੀ ਦਾ ਮਾਧਿਅਮ ਨਹੀਂ ਹੈ। ਜਾਣਕਾਰੀ ਵੀ ਭਾਵੇਂ ਬਹੁਤ ਪ੍ਰਾਪਤ ਹੁੰਦੀ ਹੈ, ਜੀਵ ਨੂੰ ਜੰਮਣ ਅਤੇ ਮਰਨ ਬਾਰੇ ਗਿਆਤ ਹੋ ਜਾਂਦਾ ਹੈ, ਪਰ ਸਤ ਸੰਗਤ ਜੀ, ਇਹ ਪਰਮ ਆਨੰਦ ਵਿੱਚ ਸਮਾਉਣ ਵਾਸਤੇ ਸਤਿਗੁਰਾਂ ਜੀ ਨੇ ਸਾਨੂੰ ਇੱਕ ਰਾਹ ਬਖਸ਼ਿਸ਼ ਕੀਤਾ ਕਲਯੁਗ ਦੇ ਅੰਦਰ। ਜਦੋਂ ਕੋਈ ਵੀ ਦੁਖੀ ਸਤਿਗੁਰਾਂ ਦੇ ਚਰਨਾਂ ਵਿੱਚ ਪੁਕਾਰ ਕਰਦਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਉਸ ਨੂੰ ਸੰਗਤ ਕਰਨ ਦੀ ਪ੍ਰੇਰਨਾ ਕਰਦੇ। ਧਰਮਸ਼ਾਲਾ ਮਹਾਰਾਜ ਜੀ ਨੇ ਕਾਇਮ ਕੀਤੀਆਂ। ਧਰਮਸ਼ਾਲਾ ਦੇ ਅੰਦਰ ਸ਼ਬਦ ਕੀਰਤਨ ਕਰਨ ਦੀ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ। ਜੇਕਰ ਕਿ ਸਾਨੂੰ ਸੰਗਤ ਨਾ ਕਰਨੀ ਆਈ, ਫਿਰ ਸਾਡੇ ਮਨ ਦੇ ਦੁੱਖ ਨਹੀਂ ਦੂਰ ਹੋ ਸਕਦੇ। ਸੋ ਬੇਨਤੀ ਹੈ, ਆਪ ਹਫ਼ਤੇ ਵਿੱਚ ਜੇ ਇੱਕ ਦਿਨ ਆਪ ਆਉਣੇ ਹੋ ਤਾਂ ਵੀ ਉਹ ਇੱਕ ਦਿਨ ਦੇ ਵਿੱਚ ਕੱਢਿਆ ਹੋਇਆ 1-2 ਘੰਟੇ ਦਾ ਸਮਾਂ ਸਫਲ ਹੋਵੇ, ਪ੍ਰਭੂ ਦੀ ਯਾਦ ਵਿੱਚ ਮਨ ਜੁੜੇ, ਤਾਂ ਕਰਕੇ ਜੀਵਨ ਦਾ ਲਕਸ਼ ਪਤਾ ਲੱਗ ਸਕੇ। ਜਿੰਨਾ ਚਿਰ ਮਨੁੱਖ ਜਿਉਂਦਾ ਹੈ, ਸਮਾਜ ਦਾ ਪ੍ਰਭਾਵ ਇੰਨਾ ਜ਼ਿਆਦਾ ਮਨ 'ਤੇ ਪੈ ਜਾਂਦਾ ਹੈ, ਉਹਨੂੰ ਪਤਾ ਨਹੀਂ ਕਿ ਮੇਰੇ ਜੀਵਨ ਦਾ ਮਨੋਰਥ ਕੀ ਹੈ, ਮੈਂ ਸੰਸਾਰ ਵਿੱਚ ਕਿਸ ਕਾਰਜ ਵਾਸਤੇ ਆਇਆ। ਖੁੰਝ ਜਾਂਦਾ ਹੈ, ਆਪਣੇ ਨਿਸ਼ਾਨੇ ਤੋਂ ਭਟਕ ਜਾਂਦਾ ਹੈ। ਸਤਸੰਗਤ ਸਾਨੂੰ ਸਾਡਾ ਲਕਸ਼ ਦਿਖਾਉਂਦੀ ਹੈ ਕਿ ਤੂੰ ਕਿੱਧਰ ਨੂੰ ਤੁਰ ਰਿਹਾ ਅਤੇ ਤੈਨੂੰ ਕਿੱਧਰਲੇ ਪਾਸੇ ਤੁਰਨਾ ਚਾਹੀਦਾ ਹੈ। ਸਤ ਸੰਗਤ ਜੀ, ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਗੁਰਿਆਈ ਤਖਤ 'ਤੇ ਬੈਠ ਕਰਕੇ ਸੱਚੇ ਪਾਤਸ਼ਾਹ ਜੀ ਨੇ ਤਖਤ ਦੀ ਸਿਰਜਣਾ ਕੀਤੀ, ਜਿਸ ਦਾ ਨਾਮ ਅਕਾਲ ਬੁੰਗਾ ਪ੍ਰਸਿੱਧ ਹੋਇਆ ਸੀ। ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ ਦੇ ਅੰਦਰ ਹੋਰ ਵੀ ਨਾਮ ਭਾਵੇਂ ਬੁੰਗਾ ਸਾਹਿਬ ਤੋਂ ਪ੍ਰਸਿੱਧ ਨੇ, ਪਰ ਇਹ ਵਿਸ਼ੇਸ਼ ਅਸਥਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ
ਗੁਰਿਆਈ ਤਖਤ ਤੇ ਵਿਰਾਜਮਾਨ ਹੋ ਕਰਕੇ ਸਤਿਗੁਰਾਂ ਜੀ ਨੇ ਇਸ ਦੀ ਸਿਰਜਣਾ ਕੀਤੀ। ਸਿੱਖ ਰਾਜ ਦੇ ਵਕਤ ਇਸ ਦੀਆਂ ਮੰਜ਼ਲਾਂ ਸਮੇਂ ਸਮੇਂ ਸਿਰ ਬਣੀਆਂ। ਹਜੂਰ ਜਿਹੜਾ ਤਖਤ ਬਣਵਾਇਆ ਸੀ ਉਹ ਤਖਤ ਅੱਜ ਵੀ ਮੌਜੂਦ ਹੈ। ਜੋ ਭੁਲੇਖਾ ਪਾਉਣ ਦਾ ਯਤਨ ਕਰਦੇ ਹੈ ਤੇ ਦਮਦਮੀ ਟਕਸਾਲ ਦੀ ਸਰਵਉੱਚ ਕੀਤੀ ਹੋਈ ਸੇਵਾ ਨੂੰ ਕਿਸੇ ਪ੍ਰਕਾਰ ਠੇਸ ਪਹੁੰਚਾਉਣ ਦਾ ਯਤਨ ਕਰਦੇ ਹੈ, ਉਹਨਾਂ ਦਾ ਇਹ ਕਹਿਣਾ ਹੈ ਕਿ ਹਜੂਰ ਦਾ ਬਣਾਇਆ ਹੋਇਆ ਤਖਤ ਢਾਹ ਦਿੱਤਾ ਗਿਆ ਸੀ। ਜਦੋਂ ਕਿ ਸਾਧ ਸੰਗਤ ਜੀ, ਜਿਹੜਾ ਤਖਤ ਸਰਕਾਰ ਨੇ ਬਣਾਇਆ ਸੀ ਉਹ ਸਿੱਖ ਸੰਗਤਾਂ ਨਹੀਂ ਸੀ ਮਨਜ਼ੂਰ ਕੀਤਾ, ਪਰ ਜਿਹੜਾ ਤਖਤ ਸਤਿਗੁਰਾਂ ਜੀ ਨੇ ਬਣਾਇਆ ਸੀ ਨਾ, ਥੱਲੇ ਥੜਾ ਸਾਹਿਬ ਸੀ ਜੋ, ਉਸ ਦੀ ਇੱਕ ਵੀ ਇੱਟ ਨੂੰ ਕਿਸੇ ਪ੍ਰਕਾਰ ਹਿਲਾਇਆ ਨਹੀਂ ਗਿਆ। ਅੱਜ ਵੀ ਸੰਗਤਾਂ ਸ਼ੀਸ਼ੇ ਵਿੱਚ ਦੀ ਉਸ ਨਿੱਕੀ ਇੱਟ ਦਾ ਦਰਸ਼ਨ ਕਰਦੀਆਂ ਹਨ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਸਾਧ ਸੰਗਤ ਜੀ, ਇਹ ਉਹੋ ਹੀ ਸਿਧਾਂਤ ਹੈ ਜੋ ਸਤਿਗੁਰੂ ਜੀ ਨੇ 10ਵੇਂ ਜਾਮੇ ਵਿੱਚ ਸੰਤ ਤੇ ਸਿਪਾਹੀ ਵਾਲਾ ਸਿਧਾਂਤ ਬਖਸ਼ਿਸ਼ ਕੀਤਾ। ਭਗਤੀ ਤੇ ਸ਼ਕਤੀ ਦਾ ਪ੍ਰਤੀਕ ਖਾਲਸਾ ਸਿਰਜਣਾ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਗਤੀ ਦਾ ਪ੍ਰਤੀਕ ਹੈ। ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਰਾਜਸੀ ਸ਼ਕਤੀ ਦਾ ਪ੍ਰਤੀਕ ਹੈ। ਸੱਚੇ ਪਾਤਸ਼ਾਹ ਜੀ ਨੇ ਭਗਤੀ ਦੇ ਅੱਗੇ ਸ਼ਕਤੀ ਨੂੰ ਝੁਕਿਆ ਹੋਇਆ ਵਿਖਾਇਆ। ਜੇਕਰ ਕਿ ਪ੍ਰਭੂ ਦੀ ਬੰਦਗੀ ਵਿੱਚ ਪੂਰੇ ਹੋ ਤਾਂ ਵਾਹਿਗੁਰੂ ਵੱਲੋਂ ਇਹੋ ਜਿਹੀ ਅਲੌਕਿਕ ਸ਼ਕਤੀ ਪ੍ਰਾਪਤ ਹੁੰਦੀ ਹੈ, ਜਿਸ ਕਰਕੇ ਕਿ ਸਵੈ ਮਾਣ ਨਾਲ ਜਿਉਣ ਦੀ ਦਾਤ ਪ੍ਰਾਪਤ ਹੁੰਦੀ ਹੈ। ਸੰਸਾਰ ਦੇ ਅੰਦਰ ਜਿਹੜੇ ਕੋਈ ਬੰਦਗੀ ਵਿੱਚ ਲੱਗੇ, ਜਦੋਂ ਜਰਵਾਣਿਆਂ ਨੇ ਉਹਨਾਂ ਨੂੰ ਜਦੋਂ ਬੰਦਗੀ ਕਰਨ ਤੋਂ ਇਸ ਪ੍ਰਕਾਰ ਬਹੁਤ ਜ਼ਿਆਦਾ ਬੇਪਤ ਕੀਤਾ, ਉਹਨਾਂ ਕੋਲ ਇਹੋ ਜਿਹਾ ਕੋਈ ਸਾਧਨ ਨਹੀਂ ਸੀ ਕਿ ਉਹ ਆਪਣੀ ਰੱਖਿਆ ਆਪ ਕਰ ਸਕਦੇ। ਪੁਰਾਣਕ ਸਾਖੀਆਂ ਦਾ ਬੇਅੰਤ ਜ਼ਿਕਰ ਹੈ। ਜਦੋਂ ਵਿਸ਼ਵਾਮਿੱਤਰ ਵਰਗੇ ਵੀ ਤਪ ਕਰਦਿਆਂ ਹੋਇਆਂ ਸਹਾਇਤਾ ਮੰਗਦੇ ਹੈ ਤਾਂ ਛਤਰੀਆਂ ਦੀ ਸਹਾਇਤਾ ਮੰਗਦੇ ਹੈ। ਜਦੋਂ ਕੋਈ ਰਿਸ਼ੀ ਮੁਨੀ ਦੈਂਤਾਂ ਦਾ ਸੁਤਾਇਆ ਹੋਇਆ, ਫਿਰ ਕਹਿੰਦੇ ਹੈ ਕਿ ਦਸ਼ਰਥ ਰਾਜੇ ਕੋਲ ਆ ਕਰਕੇ ਕਹਿੰਦੇ ਆ ਕਿ ਸਾਡੀ ਜਿਹੜੀ ਉਹ ਸਹਾਇਤਾ ਕਰੋ। ਸ਼੍ਰੀ ਰਾਮ ਚੰਦਰ ਜੀ ਸ਼ਸਤਰਾਂ ਨਾਲ ਯੁੱਧ ਕਰਕੇ ਰਿਸ਼ੀਆਂ ਦੇ ਤਪ ਦੇ ਵਿੱਚ ਕੋਈ ਵਿਘਨ ਨਾ ਪਾਵੇ ਤੇ ਸਹਾਇਤਾ ਕਰਦੇ ਆ। ਮਹਾਰਾਜ ਜੀ ਨੇ ਐਸਾ ਖਾਲਸਾ ਨਹੀਂ ਸਾਜਿਆ ਕਿ ਜਿਹੜਾ ਆਪਣੀ ਬੰਦਗੀ ਦੇ ਬਰਕਰਾਰ ਰੱਖਣ ਵਾਸਤੇ ਕਿਸੇ ਕੋਲੋਂ ਸਹਾਇਤਾ ਮੰਗਣ ਵਾਸਤੇ ਜਾਵੇ ਕਿ ਮੇਰੀ ਬੰਦਗੀ ਵਿੱਚ ਕੋਈ ਵਿਘਨ ਪਾਉਂਦਾ ਤੇ ਤੂੰ ਭਾਈ ਮੇਰੀ ਸਹਾਇਤਾ ਕਰ। ਨਹੀਂ, ਸੱਚੇ ਪਾਤਸ਼ਾਹ ਨੇ ਖਾਲਸਾ ਲੁਕਾਈ ਦੀ ਸਹਾਇਤਾ ਕਰਨ ਲਈ, ਸਮਾਜ ਦੇ ਅੰਦਰ ਨਰੋਵੇ ਗੁਣ ਸਿਰਜਣ ਲਈ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਮਰੱਥ ਖਾਲਸਾ ਸਿਰਜਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕੀਤੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ। ਗੁਰੂ ਨਾਨਕ ਸਾਹਿਬ ਜੀ ਦਾ ਗੁਰਿਆਈ ਤਖਤ, ਜਿਸ ਦੀ ਬਾਬਤ ਭੱਟਾਂ ਨੇ ਰਾਜ ਜੋਗ ਤਖਤ ਕਿਹਾ ਹੈ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ, ਬਹੁਤ ਥਾਵਾਂ 'ਤੇ ਸਤਿਗੁਰਾਂ ਜੀ ਦੇ ਇਸ ਪਾਵਨ ਤਖਤ ਨੂੰ ਭੱਟਾਂ ਨੇ ਰਾਜ ਜੋਗ ਤਖਤ ਕਹਿ ਕੇ ਸੰਬੋਧਨ ਕੀਤਾ ਹੈ ਤੇ ਕਹਿੰਦੇ ਨੇ ਕਿ ਇਹ ਹੀ ਗੁਰੂ ਨਾਨਕ ਸਾਹਿਬ ਜੀ ਦਾ ਰਾਜ ਜੋਗ ਤਖਤ ਸੀ, ਜਿਹੜਾ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਦੇਣਾ ਕੀਤਾ। ਸਾਧ ਸੰਗਤ ਜੀ, ਜਿੱਥੇ ਅੱਜ ਆਪਾਂ ਸਤਿਗੁਰਾਂ ਜੀ ਦਾ ਸਿਰਜਿਆ ਹੋਇਆ ਪਾਵਨ ਤਖਤ, ਉਹ ਪਵਿੱਤਰ ਦਿਹਾੜਾ ਮਨਾਉਣ ਨੂੰ ਇਕੱਤਰ ਹੋਏ ਹਾਂ, ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਹਿਰਦੇ ਦੇ ਅੰਦਰ ਪਿਆਰ ਦਾ ਤਖਤ ਵੀ ਸਿਰਜਣ ਦੀ ਜਿਹੜੀ ਸਤਿਗੁਰੂ ਜੀ ਸਾਨੂੰ ਗਰੀਬ ਨਵਾਜ ਸੋਝੀ ਦਿੰਦੇ ਹੈ,
ਹਜ਼ੂਰ ਸੰਕੇਤ ਦਿੰਦੇ ਹੈ, ਕਿਉਂਕਿ ਜੇ ਸਾਡੇ ਹਿਰਦੇ ਦੇ ਅੰਦਰ ਪਿਆਰ ਦਾ ਉਹ ਤਖਤ ਸਿਰਜਿਆ ਹੋਇਆ, ਅਕਾਲ ਪੁਰਖ ਵਾਹਿਗੁਰੂ ਦਾ ਉਸ ਤਖਤ ਦੇ ਉੱਤੇ ਵਾਸ ਹੁੰਦਾ। ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਜੀਵਨ ਗਵਾਹੀ ਦਿੰਦਾ ਹੈ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਆਗਿਆ ਕੀਤੀ ਸੀ ਥੜੇ ਬਣਾਉਣ ਵਾਸਤੇ, ਤੇ ਸਤਿਗੁਰਾਂ ਜੀ ਨੇ ਪਰਖ ਕੀਤੀ ਸੀਗੀ। ਬਾਣੀ ਨੇ ਕਿਹਾ ਕਿ ਸਭ ਵਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਜਦੋਂ ਸਤਿਗੁਰਾਂ ਦਾ ਸਭ ਤਰੀਕਿਆਂ ਨਾਲ ਮਨ ਪ੍ਰਸੰਨ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਗਲੇ ਦਿਨ ਜਿਹੜਾ ਸੀਗਾ ਇਹ ਸਾਧ ਸੰਗਤ ਜੀ ਭਾਈ ਰਾਮਾ ਨੇ ਜਵਾਬ ਦੇ ਦਿੱਤਾ ਸੀ। ਸਤਿਗੁਰੂ ਜੀ ਨੂੰ ਕਿਹਾ ਕਿ ਮਹਾਰਾਜ ਤੁਹਾਡੀ ਉਮਰ ਵਡੇਰੀ ਹੋ ਗਈ। ਹਜ਼ੂਰ ਨੇ ਤੀਸਰੇ ਦਿਨ ਤੱਕ ਵੀ ਥੜੇ ਢਵਾ ਦਿੱਤੇ ਸੀ, ਤੇ ਤੀਸਰੇ ਦਿਨ ਦਾ ਥੜਾ ਤਾਂ ਭਾਈ ਰਾਮਾ ਨੇ ਕਿਹਾ ਮੈਂ ਨਹੀਂ ਢਾਉਣਾ, ਇਹਦੇ 'ਚ ਕੀ ਨੁਕਸ ਹੈ, ਸਾਰਾ ਦਿਨ ਲਾ ਕੇ ਬਣਾਇਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਕਿ ਭਾਈ ਪੁਰਖਾ ਤੇਰਾ ਇਹ ਥੜਾ ਠੀਕ ਨਹੀਂ ਬਣਿਆ, ਢਾ ਦਿਓ ਇਸ ਨੂੰ। ਸਤਿਗੁਰੂ ਜੀ ਨੇ ਨਾਲੇ ਢਾਉਣਾ ਸ਼ੁਰੂ ਕੀਤਾ ਤੇ ਨਾਲੇ ਆਖਿਆ, ਗਰੀਬ ਨਵਾਜ ਸਾਨੂੰ ਇੰਨੀ ਅਕਲ ਨਹੀਂ, ਸਾਨੂੰ ਇੰਨੀ ਸੋਝੀ ਨਹੀਂ, ਜਿਹੋ ਜਿਹੇ ਥੜੇ ਤੇ ਆਪ ਬੈਠਣਾ ਚਾਹੁੰਦੇ ਹੋ ਮਹਾਰਾਜ ਸਾਨੂੰ ਉਹ ਬੁੱਧ ਵੀ ਦਿਓ, ਅਸੀਂ ਉਹੋ ਜਿਹਾ ਥੜਾ ਬਣਾ ਸਕੀਏ। ਸੱਚੇ ਪਾਤਸ਼ਾਹ ਜੀ ਨੇ ਇੰਨੀ ਗਰੀਬੀ ਤੇ ਨਿਮਰਤਾ ਵੇਖ ਕਰਕੇ ਆਖਿਆ ਸੀ, ਭਾਈ ਪੁਰਖਾ ਅਸੀਂ ਇਹ ਬਾਹਰਲੇ ਬਣੇ ਥੜਿਆਂ ਤੇ ਨਹੀਂ ਬੈਠਣਾ, ਅਸੀਂ ਤਾਂ ਅੰਦਰਲੇ ਤਖਤ ਤੇ ਬੈਠਦੇ ਹਾਂ, ਪਿਆਰ ਦਾ ਤਖਤ ਜਿਹੜਾ ਤੇਰੇ ਅੰਦਰ ਬਣ ਚੁੱਕਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਗੁਰਿਆਈ ਜੋਤ, ਆਪਣਾ ਗੁਰਿਆਈ ਤਖਤ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਤੇ ਹਜ਼ੂਰ ਨੇ ਇਹ ਰੀਤ ਤੋਰੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਵੇਂ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਸੀ, ਇਵੇਂ ਹੀ ਸਤਿਗੁਰਾਂ ਜੀ ਜਦੋਂ ਅੱਗੇ ਬਖਸ਼ਿਸ਼ ਕਰਦੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਨਮਸਕਾਰ ਕਰਦੇ ਚਰਨਾਂ ਤੇ। ਸੱਚੇ ਪਾਤਸ਼ਾਹ ਜੀ ਦੇ ਘਰ ਦਾ ਇਹ ਸਿਧਾਂਤ ਪੰਜਵੇਂ ਸਰੂਪ ਤੱਕ ਸਤਿਗੁਰਾਂ ਜੀ ਨੇ ਸ਼ਾਂਤਮਈ ਰਹਿ ਕਰਕੇ ਸਿੱਖੀ ਦਾ ਉਪਦੇਸ਼ ਦਿੱਤਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਗੁਰਿਆਈ ਤਖਤ ਦੇ ਉੱਪਰ ਵਿਰਾਜਣਾ, ਤੇ ਸਤਿਗੁਰਾਂ ਜੀ ਨੇ ਉਸ ਸਮੇਂ ਇਹ ਬਚਨ ਇਤਿਹਾਸ ਨੇ ਵੀ ਜ਼ਿਕਰ ਕੀਤਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਵਕਤ ਹੀ ਮਹਾਰਾਜ ਘੋੜਿਆਂ ਤੇ ਚੜ੍ਹਿਆ ਕਰਦੇ ਸੀ, ਤੇ ਸਤਿਗੁਰੂ ਜੀ ਸ਼ਸਤਰ ਧਾਰਿਆ ਕਰਦੇ ਸੀ। ਸਿੱਖਾਂ ਨੇ ਗੁਰੂ ਅਰਜਨ ਸਾਹਿਬ ਦੇ ਕੋਲ ਬੇਨਤੀ ਕੀਤੀ, ਮਹਾਰਾਜ ਆਪ ਦੇ ਸਾਹਿਬਜ਼ਾਦੇ ਰਾਜਸੀ ਚਿੰਨ੍ਹਾਂ ਨੂੰ ਧਾਰਨ ਕਰਦੇ ਹੈ, ਆਪ ਦਾ ਘਰ ਤਾਂ ਫਕੀਰੀ ਵਾਲਾ ਹੈ। ਸਤਿਗੁਰੂ ਜੀ ਨੇ ਸਿੱਖਾਂ ਨੂੰ ਇਹ ਬਚਨ ਕਹਿਣੇ ਕਿ ਸਮਾਂ ਜੋ ਆਵੇਗਾ ਉਸ ਸਮੇਂ ਸਾਨੂੰ ਜਿੱਥੇ ਜੋਗ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ, ਉੱਥੇ ਰਾਜ ਦੀ ਵੀ ਸ਼ਕਤੀ ਪ੍ਰਗਟ ਕਰਨੀ ਪਵੇਗੀ। ਸਤਿਗੁਰਾਂ ਜੀ ਨੇ ਜਦੋਂ ਤਖਤ ਸਿਰਜਿਆ, ਤਖਤ ਤੇ ਮਹਾਰਾਜ ਵੀਰ ਆਸਣ ਲਾ ਕਰਕੇ ਬੈਠਦੇ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਇਤਿਹਾਸ ਦੱਸਦਾ ਹੈ ਕਿ ਹਜ਼ੂਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਜਦੋਂ ਤਖਤ ਤੇ ਬੈਠਦੇ ਤਾਂ ਵੀਰ ਆਸਣ ਲਾ ਕੇ ਮਹਾਰਾਜ ਜੀ ਬੈਠਿਆ ਕਰਦੇ। ਜੇ ਬਾਣੀ ਵੀ ਉਚਾਰਨ ਕੀਤੀ ਹੈ ਤਾਂ ਸਤਿਗੁਰਾਂ ਨੇ ਵੀਰ ਆਸਣ ਲਾ ਕਰਕੇ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਆਪਣੇ ਸ਼੍ਰੀ ਕੰਠ ਤੋਂ ਬਾਣੀ ਉਚਾਰਨ ਕੀਤੀ ਹੈ। ਜਿੱਥੇ ਭਗਤੀ ਦਾ ਪ੍ਰਸਾਦ ਦੇ ਕਰਕੇ ਸਮਾਜ ਨੂੰ ਨਰੋਆ ਸਿਰਜਿਆ, ਉੱਥੇ ਸੱਚੇ ਪਾਤਸ਼ਾਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਿਰ ਸਿਰਜਣਾ ਕਰਕੇ ਸ਼ਕਤੀ ਬਖਸ਼ ਕੇ ਜਰਵਾਣੇ ਦੇ ਕੋਲੋਂ ਜਿੱਥੇ ਆਪਣੀ ਸਵੈ ਰੱਖਿਆ ਕਰਨੀ, ਉੱਥੇ ਮਜ਼ਲੂਮ ਤੇ ਗਰੀਬ ਦੀ ਰੱਖਿਆ ਵਾਸਤੇ ਸੱਚੇ ਪਾਤਸ਼ਾਹ ਨੇ ਉਪਦੇਸ਼ ਦ੍ਰਿੜ ਕੀਤਾ। ਕਿਉਂਕਿ ਇਸ ਦੇਸ਼ ਦੇ ਅੰਦਰ ਜਿਹੜੇ ਜਰਵਾਣੇ ਸੀ ਨਾ, ਕਾਬਲ ਤੋਂ ਚੜ੍ਹ ਕੇ ਆਉਂਦੇ ਸੀ, ਅਫਗਾਨਿਸਤਾਨ ਤੋਂ ਚੜ੍ਹ ਕੇ ਆਉਂਦੇ ਸੀ, ਤੇ ਹਿੰਦੁਸਤਾਨ ਦੀ ਇੱਜ਼ਤ ਨੂੰ ਰੌਂਗਦੇ ਹੋਏ, ਬਹੂ ਬੇਟੀਆਂ ਨੂੰ ਪਕੜਦੇ ਹੋਏ, ਲੁੱਟਦੇ ਹੋਏ, ਮਾਰਦੇ ਹੋਏ ਵਾਪਸ ਪਰਤ ਜਾਂਦੇ ਸੀ। ਇਹਨਾਂ ਨੂੰ ਕੋਈ
ਰੋਕ ਨਹੀਂ ਸੀ ਸਕਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹੋ ਜਿਹਾ ਹਜ਼ੂਰ ਨੇ ਮੁੱਢ ਬੰਨਿਆ, ਆਪਣੇ ਸਿੱਖਾਂ ਨੂੰ ਆਦੇਸ਼ ਦਿੱਤੇ ਕਿ ਸਾਡੇ ਦਰਸ਼ਨ ਕਰਨ ਆਉਣਾ ਹੈ, ਸੋਹਣੇ ਘੋੜੇ ਤੇ ਸੋਹਣੇ ਸ਼ਸਤਰ ਲੈ ਕਰਕੇ ਆਵੋ। ਸੱਚੇ ਪਾਤਸ਼ਾਹ ਜੀ ਮਹਾਰਾਜ ਕੋਈ ਮੋਹਰਾਂ ਚੜਾਉਂਦਾ, ਕੋਈ ਪਸ਼ਮੀਨੇ ਦੇ ਵਸਤਰ ਚੜਾਉਂਦਾ ਤੇ ਮਹਾਰਾਜ ਜੀ ਉਸ ਵੱਲ ਇੰਨਾ ਨਹੀਂ ਪਿਆਰ ਨਾਲ ਤੱਕਦੇ। ਜੇ ਕੋਈ ਘੋੜਾ ਭੇਟ ਕਰਦਾ ਹੈ, ਕੋਈ ਸ਼ਸਤਰ ਭੇਟ ਕਰਦਾ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਉਸ ਉੱਪਰ ਪ੍ਰਸੰਨ ਹੁੰਦੇ। ਬੜਾ ਬੜਾ ਧਨ ਖਰਚ ਕੇ ਸਿੱਖ ਸੰਗਤਾਂ ਮਹਾਰਾਜ ਕੋਲ ਘੋੜੇ ਸ਼ਸਤਰ ਲੈ ਕੇ ਆਉਣ ਲੱਗੀਆਂ। ਵੱਡੀ ਫੌਜ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਆਰ ਕੀਤੀ। ਜੋ ਤਖਤ ਦੀ ਸਿਰਜਣਾ ਦਾ ਬਾਹਰੀ ਸਰੂਪ ਸੀ ਨਾ, ਜਦੋਂ ਤਖਤ ਸਿਰਜਿਆ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਨੂੰ ਲਾ ਕੇ, ਉਸ ਸਮੇਂ ਤਾਂ ਸਾਧ ਸੰਗਤ ਜੀ ਕੋਈ ਇਹ ਰਾਜਸੀ ਚਿੰਨ੍ਹ ਪ੍ਰਗਟ ਨਹੀਂ ਸੀ ਹੋ ਰਿਹਾ। ਤੇ ਸਤਿਗੁਰਾਂ ਦਾ ਤਖਤ ਤੇ ਬੈਠ ਕੇ ਚੰਦੂ ਦੀ ਨੱਕ ਵਿੱਚ ਨੱਥ ਪਾਉਣ ਦਾ ਬਚਨ ਕਹਿਣਾ, ਫਿਰ ਸਭ ਦੇ ਮਨ ਦੇ ਅੰਦਰ ਜਿਹੜਾ ਭੈ ਉੱਠਿਆ, ਮਸੰਦਾਂ ਦਾ ਦਿਲ ਦਹਿਲ ਗਿਆ। ਸਤਿਗੁਰੂ ਜੀ ਨੇ ਮਾਤਾ ਜੀ ਦੇ ਪੁੱਛਣ ਤੋਂ ਕਿਹਾ ਸੀ ਸਮਾਂ ਆਵੇਗਾ, ਐਡੀ ਵੱਡੀ ਤਾਕਤ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਨਗੇ ਕਿ ਮੁਗਲਿਆ ਸਲਤਨਤ ਗੁਰੂ ਨਾਨਕ ਸਾਹਿਬ ਦੇ ਤਖਤ ਦੇ ਅੱਗੇ ਝੁਕ ਜਾਵੇਗੀ। ਰਾਜਿਆਂ ਦੇ ਵੀ ਤਖਤ ਹੋਇਆ ਕਰਦੇ ਹੈ, ਪਰ ਉਹ ਤਖਤ ਉਹਨਾਂ ਚਿਰ ਤੱਕ ਰਹਿੰਦੇ ਹੈ ਜਿੰਨਾ ਚਿਰ ਤੱਕ ਉਹਨਾਂ ਦਾ ਸਰੀਰ ਕਾਇਮ ਰਹਿੰਦਾ, ਜਾਂ ਸੀਨੇ ਬਸੀਨੇ ਚੱਲਦੀ ਉਹਨਾਂ ਦੀ ਰਾਜ ਗੱਦੀ। ਉਹਨਾਂ ਦੇ ਜਦੋਂ ਵੰਸੀ ਮੁੱਕ ਜਾਂਦੀ ਹੈ ਉਦੋਂ ਉਹ ਰਾਜ ਗੱਦੀ ਵੀ ਨਾਲ ਹੀ ਸਮਾਪਤ ਹੋ ਜਾਂਦੀ ਹੈ। ਜਦੋਂ 12 ਮਿਸਲਾਂ ਦੇ ਜਰਨੈਲਾਂ ਨੇ ਦਿੱਲੀ ਨੂੰ ਫਤਿਹ ਕੀਤਾ ਸੀ, ਦਿੱਲੀ ਜਿੱਤ ਕਰਕੇ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਬੁੰਗਾ ਏ, ਜੋ ਬੁੰਗੇ ਸਾਹਿਬ ਆਪ ਦਰਸ਼ਨ ਕਰਦੇ ਹੋ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਅੰਦਰ। ਸਾਧ ਸੰਗਤ ਜੀ ਜੇ ਲੰਗਰ ਵਾਲੇ ਪਾਸਿਓਂ ਦੀ ਤੁਸੀਂ ਉਹਨਾਂ ਬੁੰਗਿਆਂ ਦੇ ਦਰਸ਼ਨ ਕਰਨ ਲਈ ਪੁੱਜੋ ਤਾਂ ਉੱਥੇ ਇੱਕ ਥੜਾ ਬਣਿਆ ਹੋਇਆ, ਉਹ ਸੰਗਮਰਮਰ ਦਾ ਥੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਝੁਕਾ ਕੇ ਉਸ ਥੜੇ ਨੂੰ ਉੱਥੇ ਸਥਾਪਿਤ ਕੀਤਾ ਹੋਇਆ ਤੇ ਉਹਦੇ ਉੱਤੇ ਲਿਖੇ ਹੋਏ ਅੱਖਰ ਪੜ੍ਹਨ ਦਾ ਯਤਨ ਕਰਨਾ। ਲਿਖਿਆ ਹੋਇਆ ਕਿ ਇਹ ਉਹ ਥੜਾ ਹੈ, ਉਹ ਤਖਤ ਹੈ ਜਿਸ ਤਖਤ ਤੇ ਬੈਠ ਕੇ ਨੌਰੰਗੇ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਫਤਵਾ ਦਿੱਤਾ ਸੀ। ਇਹ ਉਹੋ ਹੀ ਦਿੱਲੀ ਦਾ ਤਖਤ ਹੈ ਜਿੱਥੇ ਬੈਠ ਕਰਕੇ ਤਵਸਬੀ ਰਾਜਿਆਂ ਨੇ ਹਿੰਦੁਸਤਾਨ ਦੀ ਆਬਰੂ ਨੂੰ ਰੌਂਗ ਦਿੱਤਾ ਸੀ। ਖਾਲਸੇ ਨੇ ਉਹ ਤਖਤ ਸੰਗਲ ਮਾਰ ਕੇ ਧੂ ਕੇ ਅੰਮ੍ਰਿਤਸਰ ਸਾਹਿਬ ਲਿਆਂਦਾ ਤੇ ਉਹ ਰਹਿੰਦੀ ਦੁਨੀਆ ਤੱਕ ਪ੍ਰਤੀਕ ਹੈ ਕਿ ਉਹ ਦੁਨਿਆਵੀ ਤਖਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੱਗੇ, ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਝੁਕੇ ਹੋਏ ਦਿਖਾਏ ਤੇ ਉਹ ਸਦਾ ਸਾਧ ਸੰਗਤ ਜੀ ਝੁਕਿਆ ਹੋਇਆ ਤੁਸੀਂ ਵੇਖੋਗੇ। ਜਦੋਂ ਵੀ ਦਰਸ਼ਨ ਕਰਨ ਜਾਓ ਤਾਂ ਉਸ ਤਖਤ ਨੂੰ ਜ਼ਰੂਰ ਜਾ ਕਰਕੇ ਵੇਖਿਓ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਜੋ ਇਹ ਸਿਧਾਂਤ ਦਿੱਤਾ, ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ। 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰਾਂ ਜੀ ਨੇ ਗੁਰਿਆਈ ਤਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਆ। 5 ਪਿਆਰੇ ਤਾਬਿਆ ਖੜੇ ਕੀਤੇ। 5 ਪਿਆਰਿਆਂ ਨੂੰ ਤਾਬਿਆ ਖੜੇ ਕਰਨ ਦਾ ਸਾਧ ਸੰਗਤ ਜੀ ਵੱਡਾ ਸਤਿਗੁਰਾਂ ਜੀ ਦਾ ਉਦੇਸ਼ ਹੈ। ਸਤਿਗੁਰਾਂ ਜੀ ਨੇ ਪੰਥ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਮਹਾਰਾਜ ਜੀ ਨੇ ਵਡਿਆਈ ਬਖਸ਼ਿਸ਼ ਕੀਤੀ ਹੈ। ਮਹਾਂਪੁਰਖਾਂ ਦੇ ਬਚਨ ਕਹੇ ਹੋਏ ਕਿ ਪੰਥ ਨੂੰ ਗੁਰਿਆਈ ਦੇਣ ਦਾ ਥਾਂ ਚਮਕੌਰ ਸਾਹਿਬ ਦੀ ਕੱਚੀ ਗੜੀ ਹੈ। ਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਜੀ ਨੇ ਗੁਰਿਆਈ ਸੌਂਪੀ ਹੈ, ਬਖਸ਼ਿਸ਼ ਕੀਤੀ ਹੈ, ਨਾਂਦੇੜ ਸਾਹਿਬ ਦੀ ਪਾਵਨ ਧਰਤੀ ਤੇ ਸੱਚੇ ਪਾਤਸ਼ਾਹ ਨੇ ਉਸ ਸਮੇਂ 5 ਪ੍ਰਕਰਮਾਂ ਦੀ ਮਰਿਆਦਾ ਮਹਾਰਾਜ ਜੀ ਨੇ ਚਲਾਈ ਹੈ। 5 ਪ੍ਰਕਰਮਾਂ ਕੀਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ। 5 ਪੈਸੇ ਤੇ ਨਾਰੀਅਲ ਭੇਟ ਕਰਕੇ ਮਹਾਰਾਜ ਜੀ ਨੇ ਗੁਰਿਆਈ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਟਿਕਾਉਣਾ ਕੀਤੀ ਹੈ। ਭਾਵੇਂ ਕਿ ਪਹਿਲੇ ਸਰੂਪ ਤੋਂ ਹੀ ਸ਼ਬਦ ਨੂੰ ਗੁਰੂ ਸਤਿਗੁਰਾਂ ਜੀ ਨੇ ਕਥਨ ਕੀਤਾ ਹੈ, ਪਰ ਜਿਹੜੀ ਸੰਸਾਰਕ ਰੀਤੀ ਸੀ
ਜੋ ਆਦਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਚਲੀ ਆ ਰਹੀ ਸੀ, ਉਸ ਮਰਿਆਦਾ ਨੂੰ ਪੂਰੀਆਂ ਕਰਦਿਆਂ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਆਪਣੀ ਜੋਤ ਟਿਕਾਈ ਅਤੇ ਪੰਥ ਨੂੰ ਆਪਣਾ ਸਰੀਰ ਸਤਿਗੁਰਾਂ ਜੀ ਨੇ ਕਿਹਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਖਾਲਸੇ ਨੇ ਹਜ਼ੂਰ ਦੇ ਦਿੱਤੇ ਹੋਏ ਅਸੂਲਾਂ ਨੂੰ ਕਿਵੇਂ ਕਮਾਇਆ ਤੇ ਕਾਇਮ ਰੱਖਿਆ। ਆਪਣੇ ਸਰੀਰਾਂ ਦੀਆਂ ਆਹੂਤੀਆਂ ਦੇ ਦਿੱਤੀਆਂ, ਪਰ ਸੱਚੇ ਪਾਤਸ਼ਾਹ ਦੇ ਸਿਧਾਂਤ ਨੂੰ ਕਦੇ ਠੇਸ ਨਾ ਲੱਗਣ ਦਿੱਤੀ। ਉਦੋਂ ਸਾਡੀ ਸੰਸਾਰ ਦੇ ਸਾਹਮਣੇ ਅਧੋਗਤੀ ਹੋਈ ਜਦੋਂ ਅਸੀਂ ਆਪਣੇ ਸਰੀਰਾਂ ਨੂੰ ਪਿਆਰ ਕੀਤਾ, ਸਤਿਗੁਰਾਂ ਦੇ ਟੁੱਟਦਿਆਂ ਹੋਇਆਂ ਸਿਧਾਂਤਾਂ ਨੂੰ ਆਪਣੇ ਮਨ ਨਾਲ ਸਮਝੌਤਾ ਕਰਕੇ ਵੇਖ ਲਿਆ। ਜਦੋਂ ਸੰਸਾਰ ਦੇ ਅੰਦਰ ਮਨੁੱਖ ਜੀਵਨ ਜਿਉਂਦਾ ਹੈ, ਜੇ ਉਹਦੇ ਦਿੱਤੇ ਹੋਏ ਰਹਿਬਰ ਦੇ ਅਸੂਲ ਟੁੱਟਦੇ ਹੋਣ, ਉਹਦੇ ਗੁਰੂ ਦਾ ਦਿੱਤਾ ਹੋਇਆ ਸਿਧਾਂਤ ਟੁੱਟਦਾ ਹੋਵੇ, ਤੇ ਉਹ ਮਨੁੱਖ ਦਾ ਜਿਉਣਾ ਜਿਹੜਾ ਉਹ ਮਰਨ ਨਾਲੋਂ ਬੱਤਰ ਹੋ ਜਾਂਦਾ ਹੈ। ਇਹੀ ਸ਼੍ਰੀ ਅਕਾਲ ਤਖਤ ਸਾਹਿਬ, ਜਿੱਥੇ ਕਦੇ ਫਿਰ ਜਥੇਦਾਰ ਬਾਬਾ ਨੈਣਾ ਸਿੰਘ ਸਾਹਿਬ ਨੇ ਅਕਾਲ ਤਖਤ ਸਾਹਿਬ ਜੀ ਦੀ ਜਥੇਦਾਰੀ ਦੀ ਸੇਵਾ ਕੀਤੀ। ਮੈਂ ਸ਼ੁਰੂ ਤੋਂ ਲੈ ਕਰਕੇ ਜੇ ਪੂਰਾ ਵਿਸਥਾਰ ਨਾਲ ਦੱਸਾਂ ਤਾਂ ਬਹੁਤ ਸਮਾਂ ਲੱਗੇਗਾ। ਭਾਈ ਗੁਰਦਾਸ ਸਾਹਿਬ ਜੀ ਨੂੰ ਇਹ ਸਤਿਗੁਰਾਂ ਜੀ ਨੇ ਮਾਣ ਬਖਸ਼ਿਸ਼ ਕੀਤਾ ਸੀ, ਕਿਉਂਕਿ ਕਈ ਸਿੱਖ ਸੰਗਤਾਂ ਵਿੱਚ ਭੁਲੇਖਾ ਪਾਉਣ ਦਾ ਯਤਨ ਕਰਦੇ ਆ ਜੀ ਇਹਨਾਂ ਨੇ ਇਹ ਸੰਗਤਾਂ ਉੱਤੇ ਆਪਣਾ ਹੁਕਮ ਚਲਾਉਣ ਲਈ ਅਕਾਲ ਤਖਤ ਸਾਹਿਬ ਦੀ ਇਹ ਹਕੂਮਤ ਦਾ ਬਹਾਨਾ ਬਣਾਇਆ ਹੋਇਆ। ਨਹੀਂ, ਪੰਥ ਆਦਿ ਸਮੇਂ ਤੋਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਤਾਬਿਆ ਬੜੇ ਬੜੇ ਗੁਰਮਤਿ ਸੋਧਦਾ ਰਿਹਾ ਤੇ ਅਰਦਾਸਾਂ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਦੋਂ ਸਿੰਘ ਚੱਲਦੇ ਰਹੇ ਹੈ, ਫਤਿਹ ਯਾਬੀਆਂ ਉਹਨਾਂ ਦੇ ਚਰਨਾਂ ਨੂੰ ਚੁੰਮਦੀਆਂ ਰਹੀਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਇਹੋ ਜੀ ਬਖਸ਼ਿਸ਼ ਰਹਿਮਤ ਕਰਦੇ ਸੀ ਕਿ ਜਿੱਤ ਖਾਲਸੇ ਨੂੰ ਜਿਹੜੀ ਸੀ ਸਦਾ ਨਸੀਬ ਹੁੰਦੀ ਸੀ। ਕਦੇ ਗੁਰੂ ਕੇ ਖਾਲਸੇ ਨੇ ਹਾਰ ਦਾ ਜਿਹੜਾ ਸਵਾਦ ਸੀ ਨਹੀਂ ਸੀ ਚੱਖਿਆ। ਇਹ ਸਤਿਗੁਰਾਂ ਦੀ ਬਖਸ਼ਿਸ਼ ਰਹਿਮਤ ਸੀਗੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਦਿੱਤੇ ਹੋਏ ਉਪਦੇਸ਼ ਦੇ ਮੁਤਾਬਕ ਗੁਰੂ ਕਾ ਖਾਲਸਾ ਜਰ ਜੋਰੂ ਤੇ ਜ਼ਮੀਨ ਵਾਸਤੇ ਨਹੀਂ ਸੀ ਲੜਦਾ, ਪਰ ਉਪਕਾਰ ਵਾਸਤੇ, ਧਰਮ ਦੀ ਰੱਖਿਆ ਵਾਸਤੇ ਗੁਰੂ ਕੇ ਖਾਲਸੇ ਯੁੱਧ ਕਰਦੇ ਸੀ। ਕਦੇ ਫਿਰ ਉਹ ਵਕਤ ਆਇਆ ਜਦੋਂ ਦੇਸ਼ ਦੀ ਧਰਤੀ ਤੇ ਖਾਲਸਾ ਰਾਜ ਸਥਾਪਿਤ ਹੋਇਆ। ਜਿਹੜਾ ਉਹ ਤਖਤ ਹੈ ਨਾ, ਜਿਹੜਾ ਸੋਨੇ ਦਾ ਤਖਤ, ਇੰਗਲੈਂਡ ਦੇ ਮਿਊਜ਼ੀਅਮ ਦੇ ਅੰਦਰ ਪਿਆ ਹੋਇਆ ਸੋਨੇ ਦਾ ਤਖਤ, ਜਿਸ ਦੇ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਬੈਠਿਆ ਕਰਦੇ ਸੀ ਤੇ ਸੱਜੇ ਡੌਲੇ ਦੇ ਅੰਦਰ ਕੋਹੇ-ਨੂਰ ਹੀਰਾ ਬੱਝਿਆ ਹੁੰਦਾ ਸੀ। ਜਦੋਂ ਆਪ ਲਾਹੌਰ ਕਿਤੇ ਜਾਓ ਸ਼ਾਹੀ ਕਿਲੇ ਦੇ ਅੰਦਰ, ਉੱਥੇ ਬਣਿਆ ਹੋਇਆ ਉਹ ਥੜਾ ਅੱਜ ਵੀ ਮੌਜੂਦ ਹੈ, ਜਿੱਥੇ ਸ਼ੇਰੇ ਪੰਜਾਬ ਜੀ ਆਪਣੇ ਅਮੀਰਾਂ ਵਜ਼ੀਰਾਂ ਦੇ ਸਮੇਤ ਰਿਆਇਆ ਦੀਆਂ ਫਰਿਆਦਾਂ ਸੁਣਿਆ ਕਰਦੇ ਤੇ ਦਰਬਾਰ ਲੱਗਿਆ ਕਰਦਾ ਸੀ। ਉਸ ਤਖਤ ਦਾ ਉਪਜਣਾ, ਉਸ ਤਖਤ ਦੀ ਸਿਰਜਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਵਿੱਚੋਂ ਹੋਈ ਹੈ। ਜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਨਾ ਹੁੰਦੀ, ਸੰਗਤ ਵਿੱਚ ਆ ਕੇ ਜੇ ਸਾਹਮਣੇ ਆ ਕੇ ਸੌਈਏ ਨਾ ਤੇ ਝੋਕਾਂ ਮਾਰੀਏ, ਫਿਰ ਸਾਧ ਸੰਗਤ ਜੀ ਮਾਫ ਕਰਨਾ, ਮੇਰੀ ਮਜਬੂਰੀ ਆ, ਆਪ ਸਾਵਧਾਨ ਹੋ ਕੇ ਕਥਾ ਸੁਣੋ। ਹੁੰਦੀ ਹੈ ਜੇ ਮੇਰੇ ਵੱਲ ਤੱਕੋ ਨਾ ਤੇ ਮੇਰਾ ਸਰੀਰ ਆਗਿਆ ਨਹੀਂ ਦਿੰਦਾ ਵਿਚਰਨ ਵਾਸਤੇ, ਸਰੀਰ ਦੀ ਕਮਜ਼ੋਰੀ ਹੈ, ਪਰ ਬੇਨਤੀ ਹੈ ਥੋੜਾ ਹੀ ਸਮਾਂ ਸਾਵਧਾਨਤਾ ਨਾਲ ਆਪਾਂ ਬੈਠੀਏ, ਕਿਉਂਕਿ ਪ੍ਰਤੀਤ ਹੁੰਦਾ ਬਖਤੇ ਨੂੰ ਕਿ ਸ਼ਾਇਦ ਸੁਣਨ ਦਾ ਇਹਨੂੰ ਕੋਈ ਰਸ ਨਹੀਂ, ਕੋਈ ਚਾਹ ਨਹੀਂ ਹੈ। ਜਦੋਂ ਸਾਡਾ ਮਨ ਗਿਆਤ ਹੋ ਜਾਂਦਾ ਹੈ, ਪਤਾ ਨਹੀਂ ਉਸ ਨੂੰ ਕਿਸ ਦੇਸ਼ ਵਿੱਚ ਗਾਫਲਤਾਈ ਵਿੱਚ ਚਲਿਆ ਜਾਂਦਾ ਹੈ, ਉਦੋਂ ਸਰੀਰ ਦੇ ਉੱਤੇ ਵੀ ਆਲਸ ਆ ਜਾਂਦਾ ਹੈ। ਜਦੋਂ ਪ੍ਰਭੂ ਯਾਦ ਵਿੱਚ ਜੁੜੇ ਹੋਈਏ ਨਾ, ਉਦੋਂ ਚਿਹਰੇ ਦੇ ਉੱਤੇ ਇੱਕ ਰਵਾਨਗੀ ਹੁੰਦੀ ਹੈ, ਇੱਕ ਉਤਸ਼ਾਹ ਹੁੰਦਾ ਹੈ। ਸੰਗਤ ਕਰਦਿਆਂ ਹੋਇਆਂ ਮਨ ਮਲੀਨ ਹੋਵੇ ਤੇ ਚਿਹਰਾ ਮੁਰਝਾਇਆ ਹੋਵੇ, ਉਹਨੂੰ ਸ਼ਬਦ ਦਾ ਰਸ ਨਹੀਂ ਆ ਰਿਹਾ।
ਸੰਗਤ ਦੇ ਅੰਦਰ ਮਨ ਦੇ ਅੰਦਰ ਉਤਸ਼ਾਹ ਤੇ ਚਾਹ ਹੁੰਦਾ, ਕਿਉਂਕਿ ਮਹਾਰਾਜ ਕਿਹਾ ਨਾਨਕ ਭਗਤਾਂ ਸਦਾ ਵਿਗਾਸ। ਜੇ ਸੰਗਤ ਕਰਨ ਨਾਲ ਵਿਗਾਸ ਨਾ ਆਇਆ ਤੇ ਸੰਸਾਰ ਵਿੱਚ ਕੋਈ ਥਾਂ ਨਹੀਂ ਜਿੱਥੇ ਤੈਨੂੰ ਵਿਗਾਸ ਮਿਲਣਾ, ਖੇੜਾ ਮਿਲਣਾ। ਸਭ ਥਾਵਾਂ ਤੇ ਝੋਰੇ ਹੀ ਝੋਰੇ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਨਾ ਕਰਦੇ ਤਾਂ ਸਾਧ ਸੰਗਤ ਜੀ ਸੰਸਾਰ ਦੇ ਸਾਹਮਣੇ ਮਹਾਰਾਜ ਦੀ ਸਾਜੀ ਹੋਈ ਕੌਮ ਦੀ ਰਾਜਸੀ ਸੱਤਾ ਸੰਸਾਰ ਦੇ ਸਾਹਮਣੇ ਨਾ ਆਉਂਦੀ। ਅੱਜ ਵੀ ਸੰਸਾਰ ਦੇ ਅੰਦਰ ਉਹ ਲੋਕ ਇਹ ਕਹਿਣ ਦਾ ਦਾਅਵਾ ਕਰਦੇ ਹੈ ਕਿ ਸਿੱਖੀ ਦੀ ਸਿਰਜਣਾ ਤਾਂ ਮਹਾਰਾਜ ਨੇ ਕੇਵਲ ਸੇਵਾ ਲਈ ਕੀਤੀ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਦੀ ਸਿਰਜਣਾ ਗੁਰੂ ਨਾਨਕ ਸਾਹਿਬ ਜੀ ਨੇ ਲੁਕਾਈ ਦੇ ਭਲੇ ਲਈ ਕੀਤੀ ਹੈ। ਸੰਸਾਰ ਨੂੰ ਇੱਕ ਨਰੋਆ ਬਣਾਉਣ ਵਾਸਤੇ ਤੇ ਜੀਵ ਨੂੰ ਮੁਕਤੀ ਦਾ ਪ੍ਰਸਾਦ ਪ੍ਰਾਪਤ ਕਰਨ ਲਈ ਸਿੱਖੀ ਦੀ ਦਾਤ ਦਿੱਤੀ ਹੈ। ਪਰ ਸੱਚੇ ਪਾਤਸ਼ਾਹ ਨੇ ਸਿੱਖੀ ਇਸ ਕਰਕੇ ਵੀ ਸਿਰਜੀ ਹੈ ਕਿ ਜਿੱਲਤ ਦੀ ਜ਼ਿੰਦਗੀ ਜਿਉਣ ਨਾਲੋਂ ਮਰਨ ਨੂੰ ਤਰਜੀਹ ਦੇਣ ਵਾਸਤੇ ਸਤਿਗੁਰਾਂ ਕਿਹਾ ਸਿੱਖਾ ਸਾਡੇ ਇਸ ਮਾਰਗ ਤੇ ਚੱਲਣਾ। ਜਿਵੇਂ ਕਈਆਂ ਦਾ ਖਿਆਲ ਹੁੰਦਾ, ਮੈਂ ਕਈ ਵਾਰੀ ਜ਼ਿਕਰ ਵੀ ਕੀਤਾ ਕਿ ਗੁਰੂ ਨਾਨਕ ਸਾਹਿਬ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜਦੋਂ ਕਥਾ ਕਰਨ ਲੱਗੇ ਅਜੇ ਤੇ ਪਤਵੰਤੇ ਸੱਜਣ ਕਹਿੰਦੇ ਮਹਾਰਾਜ ਠੰਡੀ ਕਥਾ ਕਰਿਓ, ਕੋਈ ਗਰਮ ਕਥਾ ਨਾ ਕਰਿਓ। ਮਹਾਂਪੁਰਖ ਕਹਿੰਦੇ ਭਾਈ ਤੁਸੀਂ ਦੱਸ ਦਿਓ, ਜਿਹੜੀ ਕਥਾ ਕਹੋ ਉਹੋ ਹੀ ਕਰ ਦਿਆਂਗੇ। ਕਹਿੰਦੇ ਜੀ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਜਿਹੜੀ ਆ ਉਹ ਕਰੋ, ਕੋਈ ਮਹਾਰਾਜ ਦੇ ਸ਼ਬਦ ਦੀ ਕਥਾ ਕਰੋ। ਤੇ ਮਹਾਂਪੁਰਖ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਕਹਿੰਦੇ ਆ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਹਿੰਦੇ ਜੀ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ। ਜੇ ਭਾਈ ਸਿੱਖ ਹੋ ਕੇ ਆਪਾਂ ਜਪਜੀ ਸਾਹਿਬ ਨਹੀਂ ਪੜ੍ਹਦੇ ਤੇ ਤੁਸੀਂ ਕੀ ਅਨੁਮਾਨ ਲਾਈ ਜਾਂਦੇ ਹੋ ਕਿ ਗੁਰੂ ਨਾਨਕ ਸਾਹਿਬ ਦਾ ਕੀ ਸਿਧਾਂਤ ਹੋਏਗਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਸ ਵਕਤ ਵਿੱਚ ਮਹਾਰਾਜ ਦਾ ਅਵਤਾਰ ਹੋਇਆ ਜਦੋਂ ਇਸਲਾਮ ਦਾ ਬੋਲਬਾਲਾ ਸੀ ਤੇ ਉਸ ਰਾਜ ਦੇ ਵਿੱਚ ਸਰੇਆਮ ਸਿਰ ਕਤਲ ਕਰ ਦਿੱਤਾ ਜਾਂਦਾ ਸੀ, ਸਿਰ ਵੱਢ ਦਿੱਤਾ ਜਾਂਦਾ ਸੀ। ਹਜ਼ੂਰ ਨੇ ਉਸ ਵੇਲੇ ਵਿੱਚ ਉਸ ਸਮੇਂ ਵਿੱਚ ਭਾਈ ਗੁਰਦਾਸ ਜੀ ਦੀ ਗਵਾਹੀ ਆ, ਗੜ ਬਗਦਾਦ ਨਵਾਇ ਕੈ ਮੱਕਾ ਮਦੀਨਾ ਆਣ ਨਵਾਇਆ। ਸਮਰੱਥ ਸਤਿਗੁਰੂ ਜੀ ਨੇ ਸਿੱਖੀ ਦਾ ਸਿਧਾਂਤ ਦਿੱਤਾ। ਇਹ ਨਹੀਂ ਭਾਈ ਵੀਰ ਸਿੰਘ ਸਾਹਿਬ ਨੇ ਲਿਖਿਆ ਮੱਕੇ ਦੇ ਕਾਜੀ ਵੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕਰ ਗਏ ਸੀ। ਵੱਡੇ ਵੱਡੇ ਮੁਸਲਮਾਨ ਜਿਨ੍ਹਾਂ ਨੇ ਸਤਿਗੁਰਾਂ ਦਾ ਸਿੱਖੀ ਪ੍ਰਸਾਦ ਪ੍ਰਾਪਤ ਕੀਤਾ ਕਹਿਣ ਲੱਗੇ ਜੀ ਇਹ ਤਾਂ ਬਹੁਤ ਗਰਮ ਹੈ। ਜੇ ਸਤਿਗੁਰਾਂ ਜੀ ਦੀ ਬਾਣੀ ਉਹਨਾਂ ਨੂੰ ਲੱਗਦੀ ਹੈ ਕਿ ਬੜੀ ਗਰਮ ਹੈ, ਸਾਧ ਸੰਗਤ ਜੀ ਅੱਜ ਕੱਲ੍ਹ ਵੀ ਗੁਰਸਿੱਖ ਕਈ ਭੁਲੇਖਾ ਖਾ ਕੇ ਇਉਂ ਕਹਿ ਦਿੰਦੇ ਆ ਜੀ ਇਹ ਟਕਸਾਲੀ ਬੜੇ ਕੱਟੜ ਹੁੰਦੇ ਆ। ਆਪ ਜੀ ਵੇਖੋ ਪਤੀ ਵਰਤਾ ਧਰਮ ਵਿੱਚ ਪਰਪੱਕ ਇਸਤਰੀ ਆਪਣੇ ਪਤੀ ਦੇ ਧਰਮ ਵਿੱਚ ਕੱਟੜ ਹੁੰਦੀ ਹੈ ਜਾਂ ਨਹੀਂ ਹੁੰਦੀ? ਪਤੀ ਆਪਣੀ ਇਸਤਰੀ ਦੇ ਧਰਮ ਵਿੱਚ ਕੱਟੜ ਹੁੰਦਾ ਜਾਂ ਨਹੀਂ ਹੁੰਦਾ? ਉਹਨੂੰ ਕੀ ਕਹੋਗੇ ਤੁਸੀਂ? ਜੇ ਤਾਂ ਪਰ ਔਰਤਾਂ ਨਾਲ ਵਿਵਚਾਰ ਕਰੇ ਤੇ ਉਸ ਨੂੰ ਸਮਾਜ ਵਿੱਚ ਕੀ ਕਿਹਾ ਜਾਂਦਾ? ਇਸਤਰੀ ਆਪਣੇ ਮਰਦ ਤੋਂ ਬਿਨਾਂ ਕਿਤੇ ਹੋਰ ਵੇਖੇ ਝਾਕੇ ਤੇ ਉਹਨੂੰ ਸਮਾਜ ਵਿੱਚ ਕਿਵੇਂ ਦਾ ਸਮਝਿਆ ਜਾਂਦਾ? ਜੇ ਕੋਈ ਗੁਰੂ ਕੀ ਸਿੱਖੀ ਵਿੱਚ ਪਿਆਰ ਕਰਦਾ ਹੈ ਤੇ ਉਹ ਗੁਰੂ ਕੀ ਸਿੱਖੀ ਦਾ ਨਿਰੋਲ ਪ੍ਰਚਾਰ ਕਰਦਾ ਹੈ ਤੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਵਰਗੇ ਮਹਾਂਪੁਰਖਾਂ ਨੂੰ ਕੱਟੜ ਕਹਿ ਕੇ, ਕੱਟੜਵਾਦੀ ਕਹਿ ਕਰਕੇ ਸ਼ਰ੍ਹਾ ਵਿੱਚ ਜਿਵੇਂ ਮੁਸਲਮਾਨ ਕੱਟੜਵਾਦੀ ਹੁੰਦੇ ਉਹੋ ਜਿਹੇ ਜਿਹੜੇ ਆ ਲੇਬਲ ਲਾ ਕਰਕੇ ਤੇ ਸੰਸਾਰ ਦੇ ਅੰਦਰ ਉਹਨਾਂ ਨੂੰ ਭੰਡਿਆ ਜਾਂਦਾ। ਜੇ ਕਰਕੇ ਗੁਰੂ ਸਾਹਿਬ ਦੀ ਸਿੱਖੀ ਦਾ ਪਿਆਰ ਕਰਨਾ ਕੱਟੜਵਾਦੀ ਹੈ ਤੇ ਮਹਾਂਪੁਰਖ ਕਹਿੰਦੇ ਭਾਈ ਅਸੀਂ ਕੱਟੜਵਾਦੀ ਹਾਂ। ਸਤਿਗੁਰੂ ਜੀ ਦੇ ਚਰਨਾਂ ਨਾਲ ਪਿਆਰ ਕਰਨਾ ਪੂਰਨ ਨਿਸ਼ਚੇ ਦੇ ਸਹਿਤ ਸੰਚਾਰ ਤੁਹਾਨੂੰ ਚਾਹੇ ਸਤਵਾਦੀ ਕਹੇ ਚਾਹੇ ਵੱਖਵਾਦੀ ਕਹੇ ਜੋ ਮਰਜ਼ੀ ਕਹੇ, ਪਰ ਸਾਧ ਸੰਗਤ ਜੀ ਉੱਥੇ ਜਾ ਕਰਕੇ ਪਛਾਣਿਆ ਜਾਂਦਾ ਜਦੋਂ ਸਭ ਰੂਹਾਂ ਸਰੀਰ ਛੱਡ ਕੇ ਤੁਰ ਜਾਂਦੀਆਂ ਨੇ। ਮਹਾਂਪੁਰਖਾਂ ਦੇ ਖਿਲਾਫ ਹੁਕਮਨਾਮਾ ਸਾਹਿਬ ਜਾਰੀ ਹੋਣਾ, ਭਾਵੇਂ ਕਿ ਤਖਤ ਵੇਖੋ ਸਤਿਗੁਰਾਂ ਦਾ ਸਿਰਜਿਆ ਹੋਇਆ
मैं कोई ਇਹੋ ਜਿਹੀ ਚੀਜ਼ ਨੂੰ नहीं छेड़ना ਚਾਹੁੰਦਾ कि जिस प्रकार कोई मन ਨੂੰ दुख लगे, पर बीत चुकियां चीज़ां ਜਿਹੜੀਆਂ ਉਹ ਸੱਲ ਵਾਂਗ ਰੜਕਦੀਆਂ ਰਹਿੰਦੀਆਂ। ਇਹੋ ਜਿਹੇ ਸਤਪੁਰਸ਼ਾਂ ਦੇ ਖਿਲਾਫ ਗੁਰੂ ਘਰ ਦੀ ਸ਼ਕਤੀ ਵਰਤਣੀ। ਤੇ ਮਹਾਂਪੁਰਖਾਂ ਕਿਹਾ ਸੀ ਕਿ ਮੈਂ ਨਹੀਂ ਕਹਿੰਦਾ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਸ਼ਕਤੀ ਦੀ ਕਲਮ ਮੇਰੇ ਖਿਲਾਫ ਨਹੀਂ ਵਰਤ ਸਕਦੇ, ਵਰਤ ਸਕਦੇ ਹੋ, ਪਰ ਚੇਤਾ ਰੱਖਿਓ ਮਰ ਕੇ ਸਾਰਿਆਂ ਨੇ ਉੱਥੇ ਜਾਣਾ, ਉੱਥੇ ਫਿਰ ਕੀ ਮੂੰਹ ਦਿਖਾਓਗੇ। ਵਾਪਸ ਲੈਣਾ ਪਿਆ ਸੀ। ਤੇ ਕਦੇ ਸਾਡੇ ਇਤਿਹਾਸ ਵਿੱਚ ਇਹ ਨਹੀਂ ਹੋਇਆ ਕਿ ਤਖਤ ਤੋਂ ਕੀਤਾ ਹੋਇਆ ਜਾਰੀ ਹੁਕਮ ਵਾਪਸ ਲੈਣਾ ਪੈ ਜਾਵੇ, ਕਿਉਂਕਿ ਧਨਖ ਤੋਂ ਛੁੱਟਿਆ ਹੋਇਆ ਤੀਰ ਦੁਬਾਰਾ ਵਾਪਸ ਨਹੀਂ ਆਉਂਦਾ ਹੈ। ਤਖਤ ਤੋਂ ਜਾਰੀ ਹੋਇਆ ਹੁਕਮ ਵਾਪਸ ਨਹੀਂ ਲਿਆ ਜਾਂਦਾ ਹੈ। ਜਿਹੜੇ ਉਸ ਪਾਵਨ ਸਿਧਾਂਤ ਨੂੰ ਪਾਲਣ ਵਾਸਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ, ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਵੱਲ ਤੱਕਣਾ ਚਾਹੀਦਾ। ਕਿਉਂਕਿ ਸਾਧ ਸੰਗਤ ਜੀ, ਇਹ ਤਖਤਾਂ ਦੀ ਸਿਰਜਣਾ ਬੇਨਤੀਆਂ ਕਰਨ ਵਾਸਤੇ ਨਹੀਂ ਹੁੰਦੀ, ਤਖਤ ਦੀ ਸਿਰਜਣਾ ਹੁਕਮ ਕਰਨ ਵਾਸਤੇ ਹੁੰਦੀ ਹੈ। ਤੇ ਆਪ ਕਿਤੇ ਇੱਕ ਕਿਤਾਬ ਛਪੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ, ਉਹ ਲੈ ਕੇ ਪੜ੍ਹਿਓ। ਆਦਿ ਕਾਲ ਤੋਂ ਜਿੰਨੇ ਹੁਕਮਨਾਮੇ ਸਾਹਿਬ ਜਾਰੀ ਹੋਏ ਹੈ, ਉਹ ਸਾਰੇ ਹੁਕਮਨਾਮਾ ਸਾਹਿਬ ਦੀਆਂ ਕਾਪੀਆਂ ਨੇ ਉਹਦੇ ਉੱਪਰ ਹੂ ਬਹੂ। ਤਖਤ ਦੇ ਉੱਤੋਂ ਕਦੇ ਵੀ ਬੇਨਤੀ ਨਹੀਂ ਕੀਤੀ ਜਾਂਦੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਸਾਹਿਬ ਦੇ ਉੱਪਰ ਲਿਖਿਆ ਜਾਂਦਾ ਹੈ, ਆਦੇਸ਼ ਜਾਰੀ ਕੀਤਾ ਜਾਂਦਾ ਹੈ, ਤੇ ਉਹ ਆਦੇਸ਼ ਕਰਨ ਵਾਲਾ ਕੋਈ ਮਨੁੱਖ ਨਹੀਂ, ਪੰਜਾਂ ਪਿਆਰਿਆਂ ਦੇ ਰੂਪ ਵਿੱਚ ਖਲੋਤਾ ਹੋਇਆ ਪੰਥ ਦਾ ਜਥੇਦਾਰ ਉਸ ਸਮੇਂ ਸਾਰੀ ਕੌਮ ਨੂੰ ਆਦੇਸ਼ ਜਾਰੀ ਕਰ ਰਿਹਾ ਹੁੰਦਾ। ਤਖਤ ਤੋਂ ਜਿਹੜੀ ਆਵਾਜ਼ ਆਉਂਦੀ ਹੈ, ਉਹਨੂੰ ਕੌਮ ਅੱਜ ਵੀ ਸੀਸ ਝੁਕਾ ਕਰਕੇ ਮੰਨਦੀ ਹੈ। ਤੁਸੀਂ ਲੰਘਿਆ ਪਿਛਲਾ ਸਮਾਂ ਵੇਖਿਆ, ਸਤਿਗੁਰੂ ਦੀ ਸਾਜੀ ਹੀ ਕੌਮ ਫਿਰ ਵੀ ਇੰਨੀ ਜਾਗਦੀ ਹੈ ਕਿ ਜੇ ਕੌਮ ਦੇ ਹਿੱਤ ਨੂੰ ਵਲੂੰਦਰਿਆ ਗਿਆ ਤੇ ਕੌਮ ਨੇ ਉਹ ਹੁਕਮ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਨਿਰਾਦਰ ਕਰਨਾ, ਹਜ਼ੂਰ ਦੀ ਬਾਣੀ ਦੀ ਬੇਅਦਬੀ ਕਰਨੀ, ਉਸ ਪਾਵਨ ਤਖਤ ਦੀ ਸ਼ਕਤੀ ਨੂੰ ਵਰਤ ਕਰਕੇ ਉਹਨਾਂ ਦੋਸ਼ੀਆਂ ਨੂੰ ਮਾਫ ਕਰਨ ਦਾ ਹੀਆ ਕਰਨਾ, ਪਰ ਸਿੱਖ ਸੰਗਤ ਨੇ ਪ੍ਰਵਾਨ ਨਹੀਂ ਕੀਤਾ। ਸਾਧ ਸੰਗਤ ਜੀ, ਤਖਤ ਦੀ ਬਣੀ ਹੋਈ ਇਮਾਰਤ ਦਾ ਲਾਸਾਨੀ ਚਿਹਰਾ ਉਦੋਂ ਸੰਸਾਰ ਦੇ ਸਾਹਮਣੇ ਆਉਂਦਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਦਿੱਤੇ ਹੋਏ ਸਿਧਾਂਤ ਨੂੰ ਪਾਲਣ ਲਈ ਕੋਈ ਮਰ ਜੀਵੜਾ ਵੀਰ ਆਸਣ ਲਾ ਕੇ ਉੱਥੇ ਬੈਠਦਾ ਤੇ ਉਹਦੇ ਮਨ ਵਿੱਚ ਸੰਕਲਪ ਹੁੰਦਾ ਕਿ ਮੇਰਾ ਸਿਰ ਤਾਂ ਭਾਵੇਂ ਚਲਿਆ ਜਾਵੇ, ਪਰ ਮੈਂ ਤਖਤ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਲੱਗਣ ਦਿਆਂਗਾ। ਉਹ ਵਕਤ ਸੀ, ਮੈਂ ਆਪ ਨੂੰ ਇਤਿਹਾਸ ਦੇ ਵਿੱਚ ਦੀ ਦਰਸ਼ਨ ਕਰਾਵਾਂ, ਜਦੋਂ ਖਾਲਸੇ ਦਾ ਰਾਜ ਸੀ। ਅਸੀਂ ਆਪਣੇ ਹਰਿਮੰਦਰ ਸਾਹਿਬ ਦੇ ਉੱਪਰ ਸੋਨਾ ਝੁਲਾਇਆ। ਜਦੋਂ ਮਹਾਰਾਜੇ ਨੇ ਸੋਨੇ ਦੀ ਸੇਵਾ ਕੀਤੀ ਹੈ ਨਾ, ਉਸ ਸਮੇਂ ਭਾਵੇਂ ਇਹ ਜ਼ਿਕਰ ਬਹੁਤ ਘੱਟ ਆਉਂਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਸੰਤ ਸਿੰਘ ਜੀ, ਮੁਖੀ ਦਮਦਮੀ ਟਕਸਾਲ, ਉਹਨਾਂ ਨੇ ਮਹਾਰਾਜੇ ਨੂੰ ਇਹ ਪ੍ਰੇਰਨਾ ਕੀਤੀ ਸੀ। ਇਹ ਕਾਰਨ ਕੀ ਹੋਇਆ ਸੀ, ਜਦੋਂ ਕਹਿੰਦੇ ਲਾਹੌਰ ਤੋਂ ਸ਼ੇਰੇ ਪੰਜਾਬ ਜੀ ਆ ਰਹੇ ਸੀਗੇ, ਜਿੱਥੇ ਕੋਤਵਾਲੀ ਹੈ ਨਾ ਅੱਜ, ਇੱਥੇ ਮਹਾਰਾਜਾ ਸਾਹਿਬ ਰਿਆਇਆ ਦੀਆਂ ਸ਼ਿਕਾਇਤਾਂ ਸੁਣਿਆ ਕਰਦੇ ਸੀ। ਅਜਾਇਬ ਘਰ ਦੇ ਅੰਦਰ, ਜਿਹੜਾ ਕੇਂਦਰੀ ਸਿੱਖ ਅਜਾਇਬ ਘਰ ਹੈ, ਉਹਦੇ ਅੰਦਰ ਉਹ ਚੋਬਾਂ ਪਈਆਂ ਜਿਹੜੀਆਂ ਸ਼ੇਰੇ ਪੰਜਾਬ ਜੀ ਨੇ ਪੁਲ ਦੇ ਉੱਤੇ ਲਵਾਈਆਂ ਹੁੰਦੀਆਂ ਸੀਗੀਆਂ, ਬਹੁਤ ਯਾਦਗਾਰਾਂ ਨੇ। ਮਹਾਰਾਜਾ ਸਾਹਿਬ ਕੋਤਵਾਲੀ ਤੋਂ ਅੱਗੇ ਜੋੜਾ ਨਹੀਂ ਸੀ ਲੈ ਕੇ ਆਇਆ ਕਰਦੇ, ਉੱਥੇ ਜੋੜਾ ਉਤਾਰ ਦਿੰਦੇ ਸੀਗੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਇੱਕ ਵਾਰ ਅਸਵਾਰੀ ਆ ਰਹੀ ਸੀ, ਮੇਲਾ ਲੱਗਿਆ ਹੋਇਆ ਰਸਤੇ 'ਚ, ਮੋਰਾ ਨਾਮ ਦੀ ਕੰਜਰੀ ਉੱਥੇ ਨਾਚ ਕਰ ਰਹੀ ਹੈ, ਤੇ
ਜਿਨ੍ਹਾਂ ਨੇ ਮੇਲਾ ਲਾਇਆ ਉਹ ਕੁਝ ਇਕੱਠੇ ਹੋ ਕੇ ਮਹਾਰਾਜੇ ਕੋਲ ਗਏ ਆ ਕਿ ਮਹਾਰਾਜਾ ਸਾਹਿਬ ਸਾਡੇ ਇੱਥੇ ਇਸ ਤਰ੍ਹਾਂ ਦਾ ਮੇਲਾ ਲੱਗਿਆ ਹੋਇਆ, ਜੇ ਸਰਕਾਰ ਉੱਥੋਂ ਦੀ ਹੋ ਕੇ ਜਾਵੇ ਤਾਂ ਸਾਡਾ ਬੜਾ ਮਾਣ ਹੋਵੇਗਾ। ਸ਼ੇਰੇ ਪੰਜਾਬ ਦਾ ਹਾਥੀ ਉੱਥੇ ਰੁਕਿਆ। ਕਹਿੰਦੇ ਆ ਕਿ ਉਹ ਮੋਰਾਂ ਨਾਮੇ ਕੰਜਰੀ ਦਾ ਨਾਚ ਜਦੋਂ ਮੁੱਕਿਆ ਤੇ ਬੜੇ ਲੋਕਾਂ ਨੇ ਜਿਹੜੇ ਵੇਖਣ ਵਾਲੇ ਸੀ ਉਹ ਆਪੋ ਆਪਣੀ ਵਿੱਤ ਮੁਤਾਬਕ ਕਿਸੇ ਨੇ ਸੋਨੇ ਦਾ ਕੈਂਠਾ ਹੀ ਲਾ ਕੇ ਸਿੱਟ ਦਿੱਤਾ। ਹੁਣ ਦੱਸਣ ਵਾਲੇ ਨੇ ਇਹ ਸ਼ਿਕਾਇਤ ਕਰ ਦਿੱਤੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ 4 ਸਾਲ ਦੀ ਆਯੂ ਵਿੱਚ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਇਸ ਪੰਥ ਦੀ ਸੇਵਾ ਕਰਨ ਦਾ ਮਾਣ ਮਿਲਿਆ, ਹੌਲੀ ਹੌਲੀ ਜਦੋਂ 13 ਸਾਲ ਦੀ ਉਮਰ ਤੱਕ ਆਏ ਸੀਗੇ, ਆਪ ਸਤਿਗੁਰੂ ਦੀ ਪਵਿੱਤਰ ਬਾਣੀ ਦੇ ਅਖੰਡ ਪਾਠੀ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਨੂੰ 5 ਗ੍ਰੰਥੀ ਕੰਠ ਜ਼ੁਬਾਨੀ ਯਾਦ ਕਰ ਲੈਣੀ, 10 ਗ੍ਰੰਥੀ ਦਾ ਕੰਠੋਂ ਜਾਪ ਕਰਨਾ ਅਤੇ ਜਥੇਦਾਰ ਨੈਣਾ ਸਿੰਘ ਸਾਹਿਬ ਦੇ ਚੜ੍ਹਾਈ ਕਰ ਜਾਣ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਨੂੰ ਪ੍ਰਾਪਤ ਹੋਈ। ਜਦੋਂ ਮਹਾਰਾਜੇ ਦੀ ਬਾਬਤ ਦੱਸਿਆ, ਸਾਹਿਬ ਵੇਖੋ ਲਾਹੌਰ ਦੇ ਜਿਹੜਾ ਸੋਨੇ ਦਾ ਤਖਤ ਹੈ ਜਿੱਥੇ ਮਹਾਰਾਜਾ ਬੈਠਦਾ ਹੈ, ਆਪਣੇ ਅਮੀਰਾਂ ਵਜ਼ੀਰਾਂ ਦੀ ਸਭਾ ਲਾ ਕਰਕੇ ਆਪਣਾ ਆ ਕਰਕੇ ਪੱਖ ਪੇਸ਼ ਕਰੋ। ਸ਼ੇਰੇ ਰਾਜੇ ਨੇ ਉਸ ਹੁਕਮਨਾਮੇ ਨੂੰ ਬਹੁਤ ਧਿਆਨ ਨਹੀਂ ਦਿੱਤਾ, ਆਖਿਆ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ। ਜਦੋਂ ਜਥੇਦਾਰ ਜੀ ਨੂੰ ਪਤਾ ਲੱਗਾ ਕਿ ਮਹਾਰਾਜਾ ਪੇਸ਼ ਹੋਣ ਤੋਂ ਵੀ ਇਨਕਾਰੀ ਹੋ ਗਿਆ ਤੇ ਫਿਰ ਜਥੇਦਾਰ ਜੀ ਨੇ ਹੁਕਮ ਜਾਰੀ ਕੀਤਾ ਕਿ ਮਹਾਰਾਜੇ ਨੂੰ ਪੰਥ ਚੋਂ ਛੇਕਿਆ ਜਾਂਦਾ ਹੈ ਤੇ ਅੱਜ ਤੋਂ ਕੋਈ ਵੀ ਸਿੱਖ ਗੁਰੂ ਨਾਨਕ ਨਾਮ ਲੇਵਾ ਸਿੱਖ ਰਣਜੀਤ ਸਿੰਘ ਨੂੰ ਮੂੰਹ ਨਾ ਲਾਵੇ। ਤੇ ਜਦੋਂ ਬਾਹਰ ਇੱਕ ਸ਼ਾਹੀ ਕਿਲੇ ਤੋਂ ਸੰਗਮਰਮਰ ਦਾ ਚਬੂਤਰਾ 12 ਦਰੀ ਬਣੀ ਹੋਈ ਹੈ ਸ਼ਾਹੀ ਮਸਜਿਦ ਦੇ ਸਾਹਮਣੇ, ਉੱਥੇ ਮਹਾਰਾਜਾ ਸਾਹਿਬ ਦੀਵਾਨੇ ਆਮ ਲਾਇਆ ਕਰਦੇ ਸੀ। ਉਸ ਦਿਨ ਜਦੋਂ ਅਮੀਰਾਂ ਵਜ਼ੀਰਾਂ ਦੀ ਸਭਾ ਉੱਠ ਗਈ, ਸ਼ੇਰੇ ਪੰਜਾਬ ਪਾਲਕੀ ਵਿੱਚ ਸਵਾਰੀ ਜਾ ਰਹੀ ਹੈ, ਲਾਹੌਰ ਦੀ ਰਿਆਇਆ ਉਸ ਦਿਨ ਪਿੱਠ ਕਰਕੇ ਖਲੋ ਗਈ। ਮਹਾਰਾਜਾ ਪੁੱਛਦਾ ਹੈ, ਅੱਜ ਮੈਨੂੰ ਕੋਈ ਨਮਸਕਾਰ ਨਹੀਂ ਕਰਦਾ, ਇੰਨਾ ਮੇਰੇ ਨਾਲ ਪਿਆਰ ਕਰਨ ਵਾਲੀ ਰਿਆਇਆ ਅੱਜ ਮੈਨੂੰ ਬੁਲਾਉਂਦੀ ਨਹੀਂ, ਪਿੱਠ ਕਰਕੇ ਖਲੋ ਗਈ ਹੈ। ਦੱਸਿਆ ਅਮੀਰਾਂ ਵਜ਼ੀਰਾਂ ਨੇ ਕਿ ਮਹਾਰਾਜਾ ਸਾਹਿਬ ਆਪ ਨੂੰ ਪੰਥ ਚੋਂ ਛੇਕ ਦਿੱਤਾ ਗਿਆ ਹੈ, ਅੱਜ ਤੋਂ ਤੁਹਾਨੂੰ ਜਿਹੜਾ ਸਿੱਖੀ ਦਾ ਅਧਿਕਾਰ ਸੀ ਉਹ ਪਦ ਪ੍ਰਾਪਤ ਨਹੀਂ ਰਿਹਾ। ਮਹਾਰਾਜਾ ਉਸੇ ਸਮੇਂ ਪਾਲਕੀ 'ਚੋਂ ਉਤਰ ਗਿਆ। ਮਹਾਰਾਜੇ ਦਾ ਜੀਵਨ ਹੈ ਕਿ ਮਹਾਰਾਜੇ ਨੇ ਆਪਣੇ ਆਪ ਨੂੰ ਕਦੇ ਮਹਾਰਾਜਾ ਲੱਕ ਨਹੀਂ ਸੀ ਲਵਾਉਂਦਾ ਹੁੰਦਾ, ਆਪਣੇ ਆਪ ਨੂੰ ਸਿੰਘ ਸਾਹਿਬ ਅਖਵਾਉਂਦਾ ਹੁੰਦਾ ਸੀ। ਸਿੰਘ ਸਾਹਿਬ ਅਖਵਾ ਕਰਕੇ ਖੁਸ਼ੀ ਪ੍ਰਾਪਤ ਕਰਦਾ ਸੀ। ਮਹਾਰਾਜਾ ਖੁਸ਼ੀ ਵਿੱਚ ਮਾਣ ਮਹਿਸੂਸ ਕਰਦਾ ਸੀ। ਜਿਸ ਦਿਨ ਪਤਾ ਲੱਗਾ ਕਿ ਇਹ ਰਿਆਇਆ ਮੇਰੇ ਉੱਤੇ ਕੋਈ ਹੋਰ ਵੀ ਹੁਕਮ ਹੈ ਜਿਸ ਦਾ ਹੁਕਮ ਮੰਨ ਰਹੀ ਹੈ ਤੇ ਮੈਨੂੰ ਪਿੱਠ ਕਰਕੇ ਖਲੋ ਗਈ ਹੈ, ਸ਼ੇਰੇ ਪੰਜਾਬ ਨੂੰ ਇਹ ਪਤਾ ਸੀ ਕਿ ਇਹ ਰਾਜ ਮੈਨੂੰ ਗੁਰੂ ਨਾਨਕ ਸਾਹਿਬ ਦੀ ਬਦੌਲਤ ਮਿਲਿਆ। ਮਹਾਰਾਜਾ ਨੰਗੇ ਪੈਰੀਂ ਚੱਲ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਇਆ। ਉਹ ਸ਼੍ਰੀ ਅਕਾਲ ਤਖਤ ਸਾਹਿਬ ਸਤਿਗੁਰਾਂ ਨੇ ਜਿਸ ਦੀ ਸਿਰਜਣਾ ਕੀਤੀ ਸੀ, ਸਾਧ ਸੰਗਤ ਜੀ, ਉੱਥੇ ਸਾਹਮਣੇ ਇਮਲੀ ਦਾ ਬੂਟਾ ਮੈਂ ਕਈ ਵਾਰ ਜ਼ਿਕਰ ਕੀਤਾ ਹੈ। ਇਮਲੀ ਦੇ ਜਿਹੜਾ ਬੂਟਾ ਹੈ ਨਾ, ਉੱਥੇ ਜਦੋਂ ਜੂਨ 1984 ਦੇ ਅੰਦਰ ਸਾਕਾ ਹੋਇਆ ਸੀ, ਜਿੱਥੇ ਪਾਵਨ ਤਖਤ ਜਿਹੜਾ ਸੀ ਗੋਲਿਆਂ ਨਾਲ ਉਡਾ ਦਿੱਤਾ ਗਿਆ, ਆਪ ਇਸ ਕਾਰਨ ਨੂੰ ਜ਼ਰੂਰ ਆਪਣੇ ਮਨ ਵਿੱਚ ਸੋਚਣਾ ਕਿ ਹਕੂਮਤਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸ਼ਕਤੀ ਹੀ ਕਿਉਂ ਰੜਕਦੀ ਹੈ। ਇਹਦਾ ਕਾਰਨ ਹੈ ਬਹੁਤ, ਇਹ ਸਾਡਾ ਨਿਆਰਾਪੁਣਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਚੋਂ ਹੀ ਉਤਪੰਨ ਹੋਇਆ ਹੈ। ਉਹ ਬੂਟਾ ਵੀ ਉਸ ਸਮੇਂ ਬੰਬਾਂ ਦੀ ਮਾਰ ਥੱਲੇ ਵਿਧਵੰਸ ਹੋ ਗਿਆ ਸੀ, ਨਾਸ਼ ਹੋ ਗਿਆ ਸੀ। ਜਦੋਂ ਤਖਤ ਦੀ ਸੇਵਾ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਆਪਣੀ ਸਾਜੀ ਹੋਈ ਦਮਦਮੀ ਟਕਸਾਲ ਨੂੰ ਦਿੱਤੀ, ਉਸ ਸਮੇਂ ਮਹਾਂਪੁਰਖਾਂ ਨੇ ਉਹ ਇਮਲੀ ਦਾ ਬੂਟਾ ਵੀ ਕਹਿ ਕਰਕੇ
ਕਿ ਵੇਖ ਲਓ ਇਸ ਇਮਲੀ ਦੇ ਬੂਟੇ ਦਾ ਫਲ ਨਹੀਂ ਕਿਸੇ ਖਾਣਾ, ਕਿਸੇ ਨੇ ਉਹਦੀ ਛਾਵੇਂ ਨਹੀਂ ਬੈਠਣਾ, ਪਰ ਉਹ ਇਮਲੀ ਦਾ ਬੂਟਾ ਦੁਬਾਰਾ ਕਿਉਂ ਉੱਥੋਂ ਲਾਇਆ ਗਿਆ? ਕਿਉਂਕਿ ਉਹ ਸਾਡੇ ਇਤਿਹਾਸ ਦੀ ਸਾਧ ਸੰਗਤ ਜੀ ਸ਼ਕਲ ਜਿਹੜੀ ਆ ਨਾ ਉਹ ਸਾਹਮਣੇ ਪੇਸ਼ ਕਰਦਾ ਹੈ ਕਿ ਇਹ ਉਹ ਇਮਲੀ ਦਾ ਬੂਟਾ ਜਿਸ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੇ ਰਾਜ ਸ਼ਕਤੀ ਨੂੰ ਬੰਨ੍ਹ ਦਿੱਤਾ ਸੀ। ਮਹਾਰਾਜਾ ਜਦੋਂ ਹਾਜ਼ਰ ਹੋਏ ਹੱਥ ਜੋੜ ਕਰਕੇ ਸ਼ੇਰੇ ਪੰਜਾਬ ਨੂੰ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੰਜਾਂ ਪਿਆਰਿਆਂ ਸਮੇਤ ਚਬੂਤਰੇ ਤੇ ਬੈਠਿਆਂ ਹੋਇਆਂ ਵੀਰ ਆਸਣ ਲਾ ਕੇ ਪੁੱਛਿਆ ਸੀ ਕਿ ਮਹਾਰਾਜਾ ਸਾਹਿਬ ਸਾਨੂੰ ਇਹ ਜਿਹੜੀ ਹੈ ਖਬਰ ਮਿਲੀ ਹੈ, ਤੇ ਮਹਾਰਾਜੇ ਨੇ ਆਪਣੀ ਸਫਾਈ ਨਹੀਂ ਦਿੱਤੀ। ਸਫਾਈ ਵਿੱਚ ਇਹ ਨਹੀਂ ਕਿਹਾ ਕਿ ਮੈਂ ਤਾਂ ਆਮ ਜਿੱਥੇ ਲੋਕ ਵੇਖ ਰਹੇ ਸੀ ਕੋਈ ਟਕਾ ਸਿੱਟ ਰਿਹਾ ਸੀ, ਮੈਂ ਮਹਾਰਾਜਾ ਸਾਂ ਫਿਰ ਮੈਂ ਕੈਂਠਾ ਹੀ ਸੁੱਟਣਾ ਸੀ ਨਾ, ਆਪਣੀ ਵਿੱਤ ਮੁਤਾਬਕ ਤਾਂ ਫਿਰ ਵੱਡੀ ਬਖਸ਼ਿਸ਼ ਕੋਈ ਕਰਨੀ ਸੀ ਨਾ, ਪਰ ਸਿੱਟ ਦਿੱਤਾ ਉੱਥੇ ਜਿੱਥੇ ਮੋਰਾ ਨਾਮੇ ਕੰਜਰੀ ਨਾਚ ਕਰ ਰਹੀ ਸੀ। ਹੋਵੇ ਪੰਥ ਦਾ, ਹੋਵੇ ਸਿੱਖ ਕੌਮ ਦਾ ਰਾਜਾ। ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਦੋਂ ਪੁੱਛਿਆ ਮਹਾਰਾਜੇ ਨੂੰ, ਉਸ ਸਮੇਂ ਪਹਿਲਾਂ ਕਹਿੰਦੇ ਇਮਲੀ ਦੇ ਰੁੱਖ ਨਾਲ ਮਹਾਰਾਜੇ ਨੂੰ ਬੰਨ੍ਹ ਲਿਆ ਗਿਆ ਸੀ, ਤੇ ਵੱਜੇ ਹੋਏ ਨੂੰ ਜਦੋਂ ਜਥੇਦਾਰ ਜੀ ਨੇ ਪੁੱਛਿਆ, ਸ਼ੇਰੇ ਪੰਜਾਬ ਨੇ ਜੁੜੇ ਹੋਏ ਹੱਥ ਤੇ ਬੜੀ ਸਨਿਮਰ ਬੇਨਤੀ ਕਰਦਿਆਂ ਹੋਇਆਂ ਕਿਹਾ, ਖਾਲਸਾ ਜੀ ਮੈਨੂੰ ਪਰਲੋਕ ਵਿੱਚ ਨਰਕਾਂ ਦੀ ਅੱਗ ਵਿੱਚ ਨਾ ਸੜਨਾ ਪਵੇ, ਖਾਲਸਾ ਮੈਨੂੰ ਇੱਥੇ ਹੀ ਸਜ਼ਾ ਦੇ ਕਰਕੇ ਮੇਰੇ ਪਾਪਾਂ ਦੀ ਮੁਆਫੀ ਦੇ ਦੇਵੇ। ਜਦੋਂ ਸ਼ੇਰੇ ਪੰਜਾਬ ਨੇ ਇੰਨਾ ਝੁਕ ਕੇ ਕਿਹਾ, ਇੰਨੀ ਹਲੀਮੀ ਨਾਲ, ਇੰਨੀ ਨਿਮਰਤਾ ਨਾਲ ਕਿਹਾ, ਉਸ ਸਮੇਂ ਭਾਵੇਂ ਕਿ ਕੋਟੜੇ ਮਾਰਨ ਦਾ ਵੀ ਹੁਕਮ ਦਿੱਤਾ ਸੀ, ਪਰ ਜਥੇਦਾਰ ਜੀ ਨੇ ਉਹ ਹੁਕਮ ਉਸੇ ਸਮੇਂ ਕਿਹਾ ਕਿ ਜੇ ਹੁਣ ਇੰਨੀ ਨਿਮਰਤਾ ਨਾਲ ਕਹਿੰਦਾ ਹੈ ਤੇ ਭਾਈ ਇਹ ਵੱਜਿਆਂ ਵਰਗੇ ਹੋ ਗਏ। ਗਿਆਨੀ ਸੰਤ ਸਿੰਘ ਜੀ ਨੇ ਉਸ ਸਮੇਂ ਕਿਹਾ ਸੀ, ਮਹਾਰਾਜਾ ਗੁਰੂ ਮਹਾਰਾਜ ਦੇ ਘਰ ਇਹ ਸੇਵਾ ਜਿਹੜੀ ਹੈ ਤੈਨੂੰ ਕਰਾਉਣੀ ਚਾਹੀਦੀ ਹੈ। ਪੰਥ ਨੇ ਗੁਰਮਤਾ ਕਰਕੇ ਫਿਰ ਮਹਾਰਾਜੇ ਨੂੰ ਇਸ ਸੇਵਾ ਦੀ ਪ੍ਰੇਰਨਾ ਕੀਤੀ ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਇਮਾਰਤ ਦੇ ਉੱਤੇ ਸਾਧ ਸੰਗਤ ਜੀ ਸੋਨਾ ਮਹਾਰਾਜੇ ਨੇ ਸੇਵਾ ਵਜੋਂ ਚੜਾਇਆ, ਤੇ ਉਹਦੇ ਉੱਤੇ ਜਿਹੜੇ ਅੱਖਰ ਲਿਖੇ ਹੋਏ ਆ ਨਾ, ਜਦੋਂ ਆਪ ਦਰਸ਼ਨ ਕਰਨ ਜਾਓ ਤੇ ਉਹ ਅੱਖਰ ਪੜ੍ਹਿਓ। ਖਾਲਸੇ ਨੇ ਅੱਖਰ ਲਿਖੇ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣਾ ਪਰਮ ਸੇਵਕ ਜਾਣ ਕਰਕੇ ਤੇ ਆਪਣੀ ਦਇਆ ਕਰਕੇ ਮਹਾਰਾਜੇ ਕੋਲੋਂ ਇਹ ਸੇਵਾ ਕਰਵਾਈ। ਦਇਆ ਕਰਕੇ ਤੇ ਪਰਮ ਸੇਵਕ ਜਾਣ ਕਰਕੇ ਇਹ ਅੱਖਰ ਲਿਖੇ ਹੋਏ ਹੈ। ਮਹਾਰਾਜੇ ਦਾ ਰਾਜ ਇੰਨਾ ਵੱਡਾ ਸੀ, ਚਾਹੁੰਦਾ ਤੇ ਜੋ ਮਰਜ਼ੀ ਕਰ ਸਕਦਾ ਸੀ, ਪਰ ਉਸ ਨੂੰ ਪਤਾ ਸੀ ਕਿ ਸਿੱਖੀ ਅਸੂਲ ਜੇ ਕਰਕੇ ਰਾਜ ਸ਼ਕਤੀ ਨਾਲ ਭੰਗ ਹੋਏ ਤਾਂ ਸਦੀਆਂ ਲਈ ਇਹ ਮੇਰਾ ਸਮਾਂ ਕਲੰਕਿਤ ਹੋ ਜਾਵੇਗਾ। ਸਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਜਿਹੜਾ ਝੁਕਿਆ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੱਗੇ ਹੱਥ ਜੋੜੇ ਹੈ, ਉਸ ਨੂੰ ਸਦਾ ਇਤਿਹਾਸ ਨੇ ਸੁਨਹਿਰੀ ਅੱਖਰਾਂ ਵਿੱਚ ਯਾਦ ਕੀਤਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਆਪ ਜੀ ਭਾਵੇਂ ਕਿ ਪਿਛਲੇ ਹਫ਼ਤੇ ਵੀ ਜਿੱਥੇ ਸੈਕਰਾਮੈਂਟੋ ਵਿੱਚ ਵੀ ਮੈਂ ਹਾਜ਼ਰੀ ਭਰੀ ਸੀ, ਉੱਥੇ ਵੀ ਪੂਰਾ ਹਫ਼ਤਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦਿਵਸ ਮਨਾਇਆ ਗਿਆ। ਤੇ ਨਹੀਂ ਸੀ ਪਹਿਲੋਂ ਮੈਨੂੰ ਪਤਾ, ਪਰ ਆ ਕੇ ਜਦੋਂ ਪਤਾ ਲੱਗਿਆ ਵੀ ਮਹਾਰਾਜ ਦੇ ਇਸ ਸਥਾਨ 'ਤੇ ਵੀ ਜੋ ਟਕਸਾਲ ਦਾ ਅਮਰੀਕਾ ਦੇ ਅੰਦਰ ਕੇਂਦਰੀ ਅਸਥਾਨ ਹੈ, ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ। ਮਨ 'ਚ ਸੀ ਕਿ ਕੋਈ ਵਿਸ਼ੇਸ਼ ਕਥਾ ਕਰੀਏ, ਫਿਰ ਭਾਈ ਸਾਹਿਬ ਤੋਂ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੀ ਕਥਾ ਚੱਲ ਰਹੀ ਹੈ, ਤੇ ਫਿਰ ਅਸੀਂ ਕਿਹਾ ਕਿ ਉਸ ਚੱਲਦੀ ਕਥਾ ਵਿੱਚ ਹੀ ਜੇ ਤੁਸੀਂ ਕਹੋ ਤਾਂ ਹਾਜ਼ਰੀ ਭਰ ਦਈਏ ਜਾਂ ਵੱਖਰੀ ਕੋਈ ਕਥਾ ਕਰਨੀ ਹੈ। ਉਹਨਾਂ ਨੇ ਇੱਛਾ ਕੀਤੀ ਕਿ ਲੜੀਵਾਰ ਕਥਾ 'ਚ ਹੀ ਤੁਸੀਂ ਹਾਜ਼ਰੀ ਭਰੋ। ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪੂਰਾ ਹਫ਼ਤਾ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਹੈ। ਮਹਾਰਾਜ ਜੀ ਨੇ ਭੋਗ 'ਤੇ ਜੋ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ, ਥੋੜ੍ਹੇ ਸਮੇਂ ਲਈ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਨਾਲ ਆਪਣੀ ਸੁਰਤ ਜੋੜੀਏ। ਮਹਾਰਾਜ ਜੋ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਆ, ਇਕਾਗਰਤਾ ਨਾਲ ਸਰਵਣ ਕਰੀਏ। ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ
ਹਜੂਰ ਰਾਗ ਸੋਠ ਦੇ ਅੰਦਰ ਸ਼੍ਰੀ ਮੁਖਵਾਕ ਪਵਿੱਤਰ ਬਖਸ਼ਿਸ਼ ਕਰਦੇ ਹਨ। ਹਿਰਦੈ ਨਾਮ ਵਸਾਏ ਹੋ। ਸੱਚੇ ਪਾਤਸ਼ਾਹ ਜੀ ਕਹਿੰਦੇ ਐ ਨਾਮ ਨੂੰ ਜਿੱਥੇ ਆਪਣੀ ਜ਼ੁਬਾਨ ਤੇ ਧਰਨਾ ਹੈ ਨਾ, ਤੇ ਉਥੇ ਹਿਰਦੇ ਵਿੱਚ ਵਸਾਉਣਾ ਨਾਮ। ਹਿਰਦੇ ਵਿੱਚ ਨਾਮ ਪ੍ਰੀਤ ਤੋਂ ਬਿਨਾਂ ਨਹੀਂ ਵਸਦਾ। ਜੇ ਕਰਕੇ ਸਾਡਾ ਪਿਆਰ ਨਹੀਂ ਲੱਗਦਾ ਤੇ ਨਾਮ ਨਾਲ ਪ੍ਰੀਤ ਕਰਨੀ ਬੜੀ ਔਖੀ ਹੈ, ਬੜੀ ਡਾਢੀ ਔਖੀ ਹੈ। ਮਹਾਰਾਜ ਜੀ ਨੇ ਕਿਹਾ ਪ੍ਰੇਮ ਹਿਰਦੇ ਵਿੱਚ ਜਿਹੜਾ ਲੱਗਣਾ ਤਾਂ ਇਹ ਤਾਂ ਬੜੀ ਉੱਚੀ ਅਵਸਥਾ ਹੈ। ਮੁਖ ਤੋਂ ਨਾਮ ਆਖਣਾ ਬੜਾ ਔਖਾ ਹੈ। ਜਿਹੜਾ ਔਖਾ ਕਿਉਂ ਹੈ ਆਖਣਾ? ਕਿਉਂਕਿ ਮਨ ਦੀ ਰੁਚੀ ਨਾ ਹੋਣ ਕਰਕੇ। ਚੰਗੇ ਭਲੇ ਜੇ ਸਥਿਰ ਬੈਠੇ ਹੋ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰੋ, ਉਸੇ ਵੇਲੇ ਉਬਾਸੀਆਂ ਆਉਂਦੀਆਂ। ਉਸੇ ਸਮੇਂ ਹੀ ਸਰੀਰ ਆਲਸ ਵਿੱਚ ਆ ਜਾਂਦਾ ਹੈ, ਕਿਉਂਕਿ ਨਾਮ ਦੇ ਜਪਣ ਵੱਲ ਮਨ ਪ੍ਰਵਿਰਤ ਨਹੀਂ ਹੁੰਦਾ। ਇਹਦਾ ਰਸ ਆਉਣਾ ਬੜਾ ਦੁਸਤਰਵ ਹੈ, ਪਰ ਜਦੋਂ ਆਉਣ ਲੱਗ ਜਾਂਦਾ ਨਾ, ਇਹੋ ਜਿਹਾ ਕੋਈ ਆਨੰਦਿਤ ਰਸ ਵੀ ਨਹੀਂ ਹੈ। ਜਿਸ ਨੇ ਪਾਇਆ ਉਹ ਇਸ ਰਸ ਨੂੰ ਪਾ ਕਰਕੇ ਇਹੋ ਜਿਹਾ ਅਸਚਰਜ ਅਵਸਥਾ ਨੂੰ ਪ੍ਰਾਪਤ ਹੋਇਆ ਕਿ ਮੁਖ ਤੋਂ ਦੱਸ ਵੀ ਨਹੀਂ ਸਕਿਆ ਕਿ ਇਹਦਾ ਆਨੰਦ ਕੀ ਹੈ, ਇਹਦਾ ਰਸ ਕੀ ਹੈ। ਸਤਿਗੁਰੂ ਜੀ ਕਹਿੰਦੇ ਨੇ ਹਿਰਦੈ ਨਾਮ ਵਸਾਏ ਹੋ। ਜੇ ਗੁਰਸਿੱਖੋ ਹਿਰਦੇ ਦੇ ਅੰਦਰ ਵਸਾਉਣਾ ਤੋ ਮਾਇਆ ਦਾ ਪਿਆਰ ਨਾ ਵਸਾਓ। ਸੰਸਾਰ ਦੇ ਅੰਦਰ ਮਾਇਆ ਸਰੀਰ ਤੱਕ ਸੀਮਤ ਰੱਖੋ, ਸੰਸਾਰ ਦੇ ਪਦਾਰਥ ਸਰੀਰ ਤੱਕ ਸੀਮਤ ਰੱਖੋ, ਕਿਉਂਕਿ ਲੋੜਾਂ ਨੇ ਸਰੀਰ ਦੀਆਂ, ਪਰ ਹਿਰਦੇ ਵਿੱਚ ਇਹਨਾਂ ਪਦਾਰਥਾਂ ਦੀ ਪ੍ਰੀਤ ਨੂੰ ਥਾਂ ਨਾ ਦਿਓ। ਹਿਰਦੇ ਦੇ ਅੰਦਰ ਮਾਇਆ ਦੇ ਪਿਆਰ ਨੂੰ ਥਾਂ ਨਾ ਦਿਓ। ਹਿਰਦੇ ਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਮਹਾਰਾਜ ਕਹਿੰਦੇ ਭਾਈ ਵਸਾਉਣਾ ਕਰੋ। ਘਰ ਬੈਠੇ ਗੁਰੂ ਧਿਆਏ ਹੋ। ਜਦੋਂ ਹਿਰਦੇ ਵਿੱਚ ਵਸਿਆ ਨਾਮ, ਜਿਹੜਾ ਘਰ ਸ਼ਬਦ ਹੈ ਨਾ ਸਾਧ ਸੰਗਤ ਜੀ, ਇਹ ਮਹਾਰਾਜ ਜੀ ਨੇ ਸਰੀਰ ਰੂਪੀ ਘਰ ਨੂੰ ਵੀ ਵਰਤਿਆ ਹੈ। ਘਰ ਸ਼ਬਦ ਕਿ ਆਪਣੇ ਸਰੀਰ ਦੇ ਅੰਦਰ ਅੰਤਰਮੁਖੀ ਬਿਰਤੀ ਕਰਕੇ ਜਪਿਆ ਜਾਂਦਾ ਹੈ। ਜਦੋਂ ਨਾਮ ਹਿਰਦੇ ਵਿੱਚ ਵਸ ਜਾਵੇ, ਉਦੋਂ ਬਾਹਰ ਕੌਣ ਕੀ ਕਰ ਰਿਹਾ ਹੈ ਇਹ ਸਾਡੀਆਂ ਅੱਖਾਂ ਵੇਖ ਕਰਕੇ ਬੁੱਧੀ ਨਿਰਣਾ ਨਹੀਂ ਕਰਦੀ। ਫਿਰ ਸਾਡੀਆਂ ਅੱਖਾਂ ਕੀ ਵੇਖਦੀਆਂ ਨੇ? ਜਦੋਂ ਹਿਰਦੇ 'ਚ ਨਾਮ ਵਸਿਆ ਹੁੰਦਾ ਹੈ, ਜੋ ਕੁਝ ਦੇਖਦੀਆਂ ਨੇ ਸਭ ਕੁਝ ਵਾਹਿਗੁਰੂ ਦਾ ਰੂਪ ਦਿਸਦਾ ਹੈ। ਕੋਈ ਵੀ ਦਵੈਤ ਨਹੀਂ ਦਿਸਦੀ, ਕਿਸੇ ਪ੍ਰਕਾਰ ਦੁੰਦਵਾਦ ਨਹੀਂ ਅੰਦਰ ਰਹਿੰਦਾ। ਸਤਿਗੁਰੂ ਜੀ ਕਹਿੰਦੇ ਭਾਈ ਉਹ ਆਪਣੇ ਸਰੀਰ ਰੂਪੀ ਘਰ ਦੇ ਅੰਦਰ ਉਹਨਾਂ ਦੀ ਸੁਰਤ ਮੁੜ ਜਾਂਦੀ ਹੈ। ਅੱਖਾਂ ਵੀ ਅੰਦਰ ਨੂੰ ਆਪਣੇ ਆਪ ਨੂੰ ਵੇਖਣ ਲੱਗ ਜਾਂਦੀਆਂ, ਕੰਨ ਵੀ ਅੰਦਰਲੇ ਨਾਦ ਨੂੰ ਸੁਣਨ ਲੱਗ ਜਾਂਦੇ ਹੈ। ਰਸਨਾ ਬਾਹਰਲੇ ਰਸਾਂ ਨੂੰ ਛੱਡ ਕੇ ਅੰਦਰਲਾ ਰਸ ਚੱਖਣ ਲੱਗ ਪੈਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਉਂ ਘਰ ਦੇ ਅੰਦਰ ਬੈਠਿਆ ਜਾਂਦਾ ਹੈ। ਇਹਦਾ ਅਰਥ ਇਹ ਨਾ ਸਮਝ ਲੈਣਾ ਕਿ ਘਰ ਬੈਠੇ ਟੈਲੀਵਿਜ਼ਨ ਵੇਖੀ ਜਾਓ ਤੇ ਸੰਗਤ ਵਿੱਚ ਆਉਣ ਦੀ ਲੋੜ ਕੋਈ ਨਹੀਂ। ਕਈ ਇਉਂ ਸੋਚ ਲੈਂਦੇ ਆ, ਘਰ ਵਿੱਚ ਬੈਠੇ ਹੋਏ ਚੈਨਲ ਬਦਲੀ ਜਾਣੇ, ਗੱਲਾਂ ਗੱਪਾਂ ਮਾਰੀ ਜਾਣੀਆਂ, ਤਰ੍ਹਾਂ ਤਰ੍ਹਾਂ ਦੇ ਪਦਾਰਥ ਛਕੀ ਜਾਣੇ, ਇੱਕ ਛੁੱਟੀ ਵਾਲਾ ਦਿਨ ਵੀ ਸੰਗਤ ਵਿੱਚ ਨਾ ਆ ਕਰਕੇ ਬਤੀਤ ਕਰਨਾ। ਇਹੋ ਜਿਹਾ ਘਰ ਠਹਿਰਨ ਵਾਸਤੇ ਆਗਿਆ ਨਹੀਂ ਕੀਤੀ। ਮਹਾਰਾਜ ਕਹਿੰਦੇ ਭਾਈ ਸੰਗਤ ਕਰਨੀ ਹੈ, ਤੇ ਸੰਗਤ ਬਹੁਤੇ ਇਕੱਠ ਦਾ ਨਾਮ ਵੀ ਸੰਗਤ ਨਹੀਂ ਹੁੰਦਾ। ਸੰਗਤ ਉਹਦਾ ਨਾਮ ਹੈ ਜਿੱਥੇ ਪ੍ਰਭੂ ਦੀ ਯਾਦ, ਜਿੱਥੇ ਵਾਹਿਗੁਰੂ ਦਾ ਪਿਆਰ ਹਿਰਦੇ ਦੇ ਅੰਦਰ ਪ੍ਰਾਪਤ ਹੋ ਰਿਹਾ ਹੋਵੇ, ਕੰਨਾਂ ਵਿੱਚ ਨਿਰੰਕਾਰ ਦੀ ਸਿਫਤ ਸਮਾ ਰਹੀ ਹੋਵੇ, ਉਹਨੂੰ ਸੰਗਤ ਕਹਿੰਦੇ ਹੈ। ਤੇ ਮਹਾਰਾਜ ਕਹਿੰਦੇ ਹੈ ਸਤ ਸੰਗਤ ਰੂਪੀ ਘਰ ਵਿੱਚ ਬੈਠ ਕਰਕੇ ਹਿਰਦੇ ਦੇ ਅੰਦਰ ਨਾਮ ਵਸਾ ਲਓ। ਜੇ ਸਤ ਸੰਗਤ ਰੂਪੀ ਘਰ ਅੰਦਰ ਬੈਠ ਕੇ ਵੀ ਨਾਮ ਦਾ ਪ੍ਰਸਾਦ ਨਾ ਪਾਇਆ ਤੇ ਫਿਰ ਕਿੱਥੋਂ ਨਾਮ ਦਾ ਪ੍ਰਸਾਦ ਪਾਵੇਂਗਾ? ਜੇ ਕਰਕੇ ਮਨ ਨਹੀਂ ਵੀ ਲੱਗਦਾ ਤਾਂ ਵੀ ਜੇ ਨਾਮ ਜਪੇਗਾ, ਨਾਮ ਤੇਰੇ ਕੀਤੇ ਪਿਛਲੇ ਪਾਪ ਨਾਸ਼ ਕਰ ਦਿੰਦਾ। ਜਿਸ ਕਰਕੇ ਮਨ ਤੇ ਮੈਲ ਹੋਣ ਕਰਕੇ ਨਾਮ ਵਿੱਚ ਮਨ ਨਹੀਂ ਨਾ ਲੱਗਦਾ, ਤੇ ਸਮਝੋ ਉਦੋਂ ਮਨ ਦੀ ਮੈਲ ਲੱਥਦੀ ਹੈ, ਜਿਸ ਕਰਕੇ ਮਨ ਨਹੀਂ ਲੱਗ ਰਿਹਾ ਹੁੰਦਾ। ਸਤਿਗੁਰੂ ਜੀ ਕਹਿੰਦੇ ਹੈ ਕਿ ਘਰ ਬੈਠੇ ਗੁਰੂ ਧਿਆਏ ਹੋ। ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਬੈਠ ਕਰਕੇ ਅੰਤਰਮੁਖੀ ਬਿਰਤੀ ਕਰਕੇ
ਗੁਰੂ ਨਾਨਕ ਸਾਹਿਬ ਨੂੰ ਭਾਈ ਧਿਆਉਣਾ ਕਰੋ। ਗੁਰ ਪੂਰੈ ਸੱਚ ਕਹਿਆ। ਇਹ ਪੂਰੇ ਗੁਰੂ ਨਾਨਕ ਸਾਹਿਬ ਨੇ ਸੱਚ ਉਪਦੇਸ਼ ਆਪਣੇ ਮੁਖ ਤੋਂ ਕਿਹਾ ਏ। ਸੋ ਸੁਖ ਸਾਚਾ ਲਹਿਆ। ਜਿਹੜਾ ਸੱਚਾ ਸੁਖ ਹੈ ਨਾ, ਕਦੇ ਨਹੀਂ ਨਾਸ਼ ਹੋਣ ਵਾਲਾ, ਉਹ ਫਿਰ ਲਹਿਆ ਪ੍ਰਾਪਤ ਹੋਇਆ ਹੈ ਗੁਰਸਿੱਖਾਂ ਨੂੰ। ਜਦੋਂ ਬਿਰਤੀ ਅੰਤਰਮੁਖੀ ਹੋਈ ਹੈ ਉਦੋਂ ਪ੍ਰਾਪਤ ਹੋਇਆ ਹੈ। ਜਦੋਂ ਸਾਰੀਆਂ ਇੰਦਰੀਆਂ ਦੀਆਂ ਸ਼ਕਤੀਆਂ ਵੀ ਬਾਹਰ ਨੂੰ ਵਗਦੀਆਂ ਰਹੀਆਂ, ਮਨ ਵੀ ਬਾਹਰ ਮੁਖੀ ਹੋਇਆ ਰਿਹਾ, ਉਹਨਾਂ ਚਿਰ ਸੱਚਾ ਸੁਖ ਨਹੀਂ ਪ੍ਰਾਪਤ ਹੋਇਆ। ਸੱਚਾ ਸੁਖ ਤਾਂ ਉਦੋਂ ਪ੍ਰਾਪਤ ਹੋਣਾ ਜਦੋਂ ਤੂੰ ਮਨ ਕਰਕੇ ਆਪਣੇ ਗੁਰੂਦੇਵ ਦੇ ਨੇੜੇ ਚਲੇ ਗਿਆ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਤੇਰੀ ਸੁਰਤ ਜੁੜਨ ਲੱਗ ਪਈ। ਮਹਾਰਾਜ ਕਹਿੰਦੇ ਭਾਈ ਉਦੋਂ ਸੱਚੇ ਨਾਮ ਦਾ ਪ੍ਰਸਾਦ ਜਿਹੜਾ ਨਾ ਉਹ ਤੈਨੂੰ ਪ੍ਰਾਪਤ ਹੋ ਜਾਵੇਗਾ। ਆਪਣਾ ਹੋਇਓ ਗੁਰ ਮਿਹਰਵਾਨਾ। ਗੁਰੂ ਸਾਹਿਬ ਉਦੋਂ ਆਪਣੇ ਪ੍ਰਤੀਤ ਹੁੰਦੇ ਆ। ਹੁਣ ਮਹਾਰਾਜ ਅਗਿਆਨ ਕਾਲ ਵਿੱਚ ਬਗਾਨੇ ਪ੍ਰਤੀਤ ਹੁੰਦੇ ਆ। ਅਸੀਂ ਆਪਣਾ ਦਾਇਰਾ ਜਿੰਨਾ ਕੁ ਬਣਾਇਆ ਹੋਇਆ ਨਾ, ਵਾਹਿਗੁਰੂ ਦੇ ਨਾਮ ਰਸ ਤੋਂ ਭੁੱਲ ਕਰਕੇ, ਉਹ ਸਾਡਾ ਸਾਰਾ ਦਾਇਰਾ ਸੰਸਾਰ ਤੱਕ ਸੀਮਤ ਹੈ। ਤੇ ਉਸ ਦਾਇਰੇ ਵਿੱਚ ਅਸੀਂ ਕਹਿੰਦੇ ਘਰ ਮੇਰਾ, ਬੱਚੇ ਮੇਰੇ, ਪਰਿਵਾਰ ਮੇਰਾ, ਜਾਇਦਾਦ ਮੇਰੀ, ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਇੱਕ ਜਿਹੜੇ ਸਤਿਗੁਰਾਂ ਨੇ ਪਰਿਵਾਰ ਵਾਰ ਕੇ ਸਿੱਖੀ ਦਿੱਤੀ ਉਹ ਫਿਰ ਪਰਾਏ, ਤੇ ਬਾਕੀ ਸਾਰਾ ਕੁਝ ਮੇਰਾ। ਸੱਚੇ ਪਾਤਸ਼ਾਹ ਕਹਿੰਦੇ ਐ ਇਹ ਤੇਰੀ ਬੜੀ ਅਗਿਆਨਤਾ ਹੈ, ਤੂੰ ਭੁੱਲ ਕੇ ਰੇਤ ਨੂੰ ਮੁੱਠੀ ਵਿੱਚ ਪਕੜ ਕੇ ਕਹਿ ਰਿਹਾ ਕਿ ਇਹ ਮੈਂ ਮੁੱਠੀ ਵਿੱਚ ਫੜੀ ਰੱਖਣੀ ਹੈ। ਗੁਰੂ ਜੀ ਦੇ ਗਿਆਨ ਨੂੰ ਪ੍ਰਾਪਤ ਕਰ ਲੈ, ਜਿਸ ਤੇ ਮਿਹਰ ਕਰ ਰਿਹਾ ਤੇਰੇ ਹੱਥ ਵਿੱਚੋਂ ਕਿਰ ਜਾਣਿਆ ਸਭ ਕੁਝ। ਇਹ ਤੇਰਾ ਹੈ ਹੀ ਨਹੀਂ, ਤੇਰੇ ਸਰੀਰ ਤੋਂ ਪਹਿਲਾਂ ਕਿਸੇ ਹੋਰ ਦਾ ਸੀ, ਤੇਰੇ ਸਰੀਰ ਤੋਂ ਬਾਅਦ ਕਿਸੇ ਹੋਰ ਨੇ ਇਹਦਾ ਮਾਲਕ ਹੋ ਜਾਣਾ। ਕਿਸ ਚੀਜ਼ ਦਾ ਮਿਹਰ ਕਰ ਰਿਹਾ? ਆਪਣੇ ਹਨ ਤਾਂ ਗੁਰੂ ਨਾਨਕ ਸਾਹਿਬ ਹਨ, ਬਾਕੀ ਸਭ ਕੁਝ ਪਰਾਇਆ ਇਸ ਸੰਸਾਰ ਦੇ ਅੰਦਰ। ਤੂੰ ਗੁਰੂ ਨੂੰ ਆਪਣਾ ਨਹੀਂ ਬਣਾਇਆ। ਸਤਿਗੁਰੂ ਜੀ ਫਰਮਾਉਂਦੇ ਹਨ, ਆਪਣਾ ਹੋਇਓ ਗੁਰ ਮਿਹਰਵਾਨਾ। ਜਦੋਂ ਗੁਰੂ ਸਾਹਿਬ ਨੂੰ ਤੂੰ ਆਪਣਾ ਬਣਾ ਲਿਆ ਨਾ, ਤੇ ਸਤਿਗੁਰੂ ਤੇਰੇ ਆਪਣੇ ਜਦੋਂ ਬਣ ਗਏ, ਤੇਰੇ ਤੇ ਫਿਰ ਮਿਹਰਬਾਨ ਹੋਣਗੇ। ਸੱਚੇ ਪਾਤਸ਼ਾਹ ਮਹਾਰਾਜ ਨੂੰ ਪਿਆਰ ਦੇ ਨਾਲ ਕੋਈ ਸਿੱਖ ਫਰਿਆਦ ਕਰਦਾ ਨਾ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਇਤਿਹਾਸ ਕਹਿੰਦਾ ਏ ਕਿ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਬੁੱਧੂ ਨੂੰ ਦਿੱਤਾ ਹੋਇਆ ਬਚਨ ਆਪਾਨ ਹੁੰਦੇ ਆ। ਸਤਿਗੁਰੂ ਆਪਣਾ ਬਚਨ ਫੇਰ ਲੈਂਦੇ ਆ, ਸਿੱਖ ਦਾ ਬਚਨ ਨਹੀਂ ਫਿਰਨ ਦਿੰਦੇ। ਮਹਾਰਾਜ ਕਹਿੰਦੇ ਜਾ ਉਹਨੂੰ ਪ੍ਰਸ਼ਾਦਾ ਛਕਾ, ਰਹਿਣਗੀਆਂ ਤਾਂ ਇੱਟਾਂ ਪਿੱਲੀਆਂ ਹੀ, ਪਰ ਪੱਕਿਆਂ ਦੇ ਭਾਅ ਵਿਕ ਜਾਣਗੀਆਂ। ਤੈਨੂੰ ਵੀ ਫਲ ਮਿਲ ਜਾਏਗਾ, ਪਰ ਬਚਨ ਉਹ ਨਹੀਂ ਫੇਰ ਸਕਦੇ ਅਸੀਂ। ਇਹ ਸਾਡਾ ਇਤਿਹਾਸ ਕਹਿੰਦਾ ਹੈ। ਸਤਿਗੁਰੂ ਜੀ ਇੰਨੀ ਮਿਹਰਬਾਨਗੀ ਕਰਦੇ ਆ। ਭਾਈ ਸ਼ਾਲੋ ਜੀ ਨੇ ਉਹ ਜੋਧਪੁਰ ਦੇ ਰਾਜੇ ਦੇ ਜਿਹੜਾ ਰਾਜਕੁਮਾਰ ਲੜਕਾ ਸੀ, ਉਹਨੂੰ ਲੜਕੀਆਂ ਵਾਲੇ ਕੱਪੜੇ ਪਾਏ। ਇਹ ਸਾਧ ਸੰਗਤ ਜੀ ਅੱਜ ਇਹਨਾਂ ਸਾਖੀਆਂ ਨੂੰ ਕਹਿੰਦੇ ਆ ਜੀ ਇਹ ਤਾਂ ਕਰਾਮਾਤਾਂ ਦੀਆਂ ਗੱਲਾਂ ਤੇ ਸਿੱਖਾਂ ਨੂੰ ਭਟਕਾ ਰਹੇ ਆ। ਭਾਈ ਸ਼ਾਲੋ ਜੀ ਦੇ ਸਥਾਨ ਤੇ ਦਰਸ਼ਨ ਕਰਿਓ, ਬਕਾਇਦਾ ਇਤਿਹਾਸ ਦੇ ਸਾਰੇ ਤੱਥ ਲਿਖੇ ਹੋਏ ਆ। ਭਾਈ ਸ਼ਾਲੋ ਜੀ ਦਾ ਟੋਭਾ ਹੈ ਅੰਮ੍ਰਿਤਸਰ ਸਾਹਿਬ ਦੇ ਅੰਦਰ। ਭਾਈ ਸ਼ਾਲੋ ਜੀ ਦਾ ਨਿਯਮ ਕੀ ਸੀ? ਸਾਰਾ ਦਿਨ ਦਰਸ਼ਨੀ ਡਿਉੜੀ ਦੇ ਵਿੱਚ ਝਾੜੂ ਫੇਰਦੇ ਰਹਿੰਦੇ ਹੁੰਦੇ ਸੀ। ਗੁਰੂ ਅਰਜਨ ਸਾਹਿਬ ਦੇ ਦਰਬਾਰ ਦੇ ਚਾਕਰ ਸੀਗੇ, ਤੇ ਉਸ ਨੇ ਪੈਰ ਧਰ ਦਿੱਤਾ ਝਾੜੂ ਦੇ ਉੱਤੇ। ਭਾਈ ਸ਼ਾਲੋ ਜੀ ਨੇ ਸੁਭਾਏ ਕੀ ਕਿਹਾ, ਪੁੱਤਰੀ ਵੇਖ ਕੇ ਚੱਲ। ਉਹਦੀ ਦੇਹ ਪਲਟ ਗਈ ਸੀ। ਰਾਜਕੁਮਾਰ ਤੋਂ ਲੜਕੇ ਤੋਂ ਲੜਕੀ ਹੋ ਗਈ। ਤੇ ਉਹਨਾਂ ਨੇ ਜਦੋਂ ਇਸ ਗੱਲ ਨੂੰ ਪ੍ਰਤੀਤ ਕੀਤਾ, ਗੁਰੂ ਅਰਜਨ ਸਾਹਿਬ ਕੋਲ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਇਹ ਸਾਡਾ ਤਾਂ ਬੜਾ, ਮਹਾਰਾਜ ਤੁਹਾਡੇ ਦਰਸ਼ਨ ਕਰਨ ਆਏ ਸੀ, ਮੇਰਾ ਪੁੱਤਰ ਰਾਜਕੁਮਾਰ ਤਾਂ ਲੜਕੀ ਬਣ ਗਿਆ, ਇਹਦੀ ਦੇਹ ਪਲਟ ਗਈ। ਮਹਾਰਾਜ ਕਹਿੰਦੇ ਕੀ ਹੋਇਆ? ਅਸੀਂ ਦੱਸਿਆ। ਸਤਿਗੁਰੂ ਜੀ ਕਹਿੰਦੇ ਭਾਈ ਉਹ ਤਾਂ ਸਾਡਾ ਸਿੱਖ ਬੜੀ ਸ਼ਕਤੀ ਵਾਲਾ ਹੈ, ਅਸੀਂ ਉਹਦਾ ਬਚਨ ਨਹੀਂ ਮੋੜ ਸਕਦੇ। ਉਹ ਆਪ ਚਾਹੇ ਤਾਂ ਬਚਨ ਬਦਲ ਸਕਦਾ। ਮਹਾਰਾਜ ਅਸੀਂ ਕਿਵੇਂ ਕਰੀਏ? ਹਜੂਰ ਕਹਿੰਦੇ ਕੱਲ ਨੂੰ ਜਦੋਂ ਜਾਓਗੇ ਨਾ, ਫਿਰ ਆਓਗੇ ਸਾਡੇ ਦਰਸ਼ਨ ਕਰਨ, ਤਾਂ ਉਹਨੂੰ ਲੜਕਿਆਂ ਵਾਲੇ ਕੱਪੜੇ ਪਵਾ ਕੇ ਆਇਓ। ਮਹਾਰਾਜ ਵਿਧੀ ਦੱਸਤੀ। ਉਹਨੂੰ ਫਿਰ ਅਗਲੇ ਦਿਨ ਫਿਰ ਜਦੋਂ ਪੈਰ ਧਰਿਆ ਤੇ ਭਾਈ ਸ਼ਾਲੋ ਜੀ ਕਹਿੰਦੇ ਆ ਪੁੱਤਰ ਵੇਖ ਕੇ ਚੱਲੀਦਾ।
ਉਹਦੀ ਫਿਰ ਦੇਹ ਪਲਟ ਗਈ। ਐਡੀ ਸ਼ਕਤੀ ਦੇ ਮਾਲਕ ਹੁੰਦੇ ਮਹਾਰਾਜ ਦੇ ਸਿੱਖ। ਉਸ ਰਾਜੇ ਦੇ ਪੁੱਤਰ ਦੀ ਜਿਹੜੀ ਦੇਹੀ ਸੀ ਫਿਰ ਪਹਿਲਾਂ ਵਾਲੀ ਹੋ ਗਈ। ਇੰਨੀ ਸਤਿਗੁਰੂ ਜੀ ਮਿਹਰਬਾਨਗੀ ਕਰਦੇ ਆ ਕਿ ਆਪਣੇ ਸਰੂਪ ਦੀ ਸਾਰੀ ਸ਼ਕਤੀ ਦੇ ਦਿੰਦੇ ਆ, ਕੋਈ ਭੇਦ ਨਹੀਂ ਰੱਖਦੇ ਤੇ ਆਖਦੇ ਆ ਸਾਡੇ ਵਿੱਚ ਤੇ ਮੇਰੇ ਸਿੱਖਾਂ ਵਿੱਚ ਕੋਈ ਫਰਕ ਨਹੀਂ ਹੈ। ਸਤਿਗੁਰੂ ਜੀ ਇੰਨਾ ਸਾਨੂੰ ਆਪਣਾ ਬਣਾਉਂਦੇ ਆ। ਫਿਰ ਸਾਡਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਮਣੇ ਪ੍ਰਿਥੀ ਚੰਦ ਨੇ ਇਹ ਵਾਕ ਜਦੋਂ ਕਹਿ ਦਿੱਤੇ ਕਿ ਜਦੋਂ ਬਾਰ-ਬਾਰ ਪ੍ਰਿਥੀ ਚੰਦ ਨਹੀਂ ਸੀ ਮੰਨਦਾ ਤੇ ਲਾਹੌਰ ਦਾ ਸਿੱਖ ਕਹਿੰਦਾ ਸੀ ਮੈਂ ਮਹਾਰਾਜ ਤੁਹਾਡੇ ਵੱਡੇ ਪੁੱਤਰ ਨੂੰ ਆਪ ਦਿੱਤਾ ਪੱਤਰ। ਗੁਰੂ ਅਰਜਨ ਸਾਹਿਬ ਜਿਹੜਾ ਪੱਤਰ ਭੇਜਿਆ ਸੀ ਲਾਹੌਰੋਂ, ਪ੍ਰਿਥੀ ਚੰਦ ਮੁੱਕਰਦਾ ਸੀ। ਅਖੀਰ ਸਿੱਖ ਤੇ ਗੁੱਸਾ ਆ ਗਿਆ ਪ੍ਰਿਥੀ ਚੰਦ ਨੂੰ। ਕਹਿੰਦਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਸੰਬੋਧਨ ਹੋ ਕੇ ਪ੍ਰਿਥੀ ਚੰਦ ਕਹਿੰਦਾ ਇਸ ਕੰਗਾਲ ਸਿੱਖ ਦੇ ਕਰਕੇ ਤੁਸੀਂ ਮੇਰੀ ਨਰਾਦਰੀ ਕਰ ਰਹੇ ਹੋ। ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਨੂੰ ਕਿਹਾ। ਹਜੂਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਇੰਨਾ ਰੋਹ ਆਇਆ। ਸਤਿਗੁਰੂ ਜੀ ਕਹਿੰਦੇ ਪ੍ਰਿਥੀ ਚੰਦ ਤੂੰ ਸਾਡੇ ਸਿੱਖ ਨੂੰ ਕੰਗਾਲ ਕਿਹਾ ਜਾਂ ਤੇਰੀਆਂ ਆਉਣ ਵਾਲੀਆਂ ਬੰਸਾਂ ਸਾਡੇ ਸਿੱਖਾਂ ਤੋਂ ਮੰਗ ਕੇ ਖਾਇਆ ਕਰਨਗੀਆਂ। ਇਹ ਸਤਿਗੁਰੂ ਨੇ ਆਪਣੇ ਪੁੱਤਰ ਨੂੰ ਕਹਿ ਦਿੱਤਾ, ਲਿਹਾਜ਼ ਨਹੀਂ ਰੱਖਿਆ। ਮਹਾਰਾਜ ਇੰਨਾ ਪਿਆਰ ਕਰਦੇ ਐ ਜਿਸ ਪਿਆਰ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਮਹਾਰਾਜ ਭਾਈ ਆਪਣਾ ਬਣਾ ਲੈਂਦੇ ਐ, ਜੇ ਤੂੰ ਵੀ ਮਹਾਰਾਜ ਨੂੰ ਆਪਣਾ ਬਣਾ ਲੈ ਤਾਂ ਸਤਿਗੁਰੂ ਤੇਰੇ ਤੇ ਮਿਹਰਬਾਨਗੀ ਕਰਨਗੇ। ਆਨੰਦ ਸੁਖ ਕਲਿਆਣ ਮੰਗਲ ਸਿਉ, ਤੈਨੂੰ ਆਨੰਦ ਅੰਦਰਲਾ ਪ੍ਰਗਟ ਹੋਆਵੇਗਾ। ਸਾਰੇ ਸੁਖ ਸੰਸਾਰ ਦੇ ਘਰ ਆਏ ਕਰ ਇਸਨਾਨਾ, ਨਾਮ ਜਲ ਵਿੱਚ ਇਸ਼ਨਾਨ ਕਰਕੇ, ਇਹ ਸਾਧ ਸੰਗਤ ਰੂਪੀ ਜਲ ਵਿੱਚ ਇਸ਼ਨਾਨ ਕਰਕੇ ਆਪਣੇ ਸਰੂਪ ਰੂਪੀ ਘਰ ਦੇ ਅੰਦਰ ਆ ਜਾਵੇਂਗਾ। ਤੈਨੂੰ ਆਪਣੇ ਅਸਲ ਦੀ ਪਹਿਚਾਣ ਲੱਗ ਜਾਵੇਗੀ ਕਿ ਮੈਂ ਦੇਹ ਨਹੀਂ ਹਾਂ। ਜੰਮਣ ਮਰਨ ਤੋਂ ਬਾਹਰ ਆ ਜਾਵੇਂਗਾ, ਆਪਣੇ ਅਸਲ ਸਰੂਪ ਨੂੰ ਪਹਿਚਾਣ ਲਵੇਂਗਾ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਸਾਚੀ ਗੁਰ ਵਡਿਆਈ, ਮੇਰੇ ਗੁਰੂ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੱਚੀ ਹੈ ਤੇ ਸਦਾ ਰਹਿਣ ਵਾਲੀ ਹੈ। ਤਾ ਕੀ ਕੀਮਤ ਕਹਿਣ ਨਾ ਜਾਈ, ਪੂਰੇ ਗੁਰੂ ਜੀ ਦੀ ਵਡਿਆਈ ਦੀ ਜਿਹੜੀ ਕੀਮਤ ਵੈ ਨਾ ਮਹਾਰਾਜ ਕਹਿੰਦੇ ਕਹੀ ਨਹੀਂ ਜਾ ਸਕਦੀ। ਸਾਰੇ ਵਡਿਆਈ ਗਾਉਂਦੇ ਆ ਪਰ ਉਹਨਾਂ ਕੋਲੋਂ ਵੀ ਅੰਤ ਨਹੀਂ ਪਾਇਆ ਜਾਂਦਾ। ਦੇਵੀ ਦੇਵਤੇ ਪਏ ਗਾਉਂਦੇ ਆ, ਦੈਂਤ ਪਏ ਗਾਉਂਦੇ ਆ, ਮਾਤ ਲੋਕ ਦੇ ਜੀਵ ਗਾਉਂਦੇ ਆ, ਪਰ ਕਿਸੇ ਕੋਲੋਂ ਅੰਤ ਨਹੀਂ ਪਾਇਆ ਜਾਂਦਾ। ਗੁਰੂ ਨਾਨਕ ਸਾਹਿਬ ਦੀ ਵੱਡੀ ਵਡਿਆਈ ਦੀ ਕੀਮਤ ਨਹੀਂ ਪਾਈ ਜਾ ਸਕਦੀ। ਸਿਰ ਸਾਹਾ ਪਾਤ ਸਾਹਾ, ਸੱਚੇ ਪਾਤਸ਼ਾਹ ਜੀ ਸਿਰ ਸਾਹਾਂ ਜਿਹੜੇ ਸ਼ਾਹ ਮੰਨੇ ਜਾਂਦੇ ਆ ਨਾ, ਅਮੀਰ ਜਾਂ ਬਾਦਸ਼ਾਹ, ਉਹਨਾਂ ਦੇ ਸਿਰ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਪਾਤ ਹੁੰਦਾ, ਤਖਤ ਸਾਹ ਹੁੰਦਾ ਮਾਲਕ। ਮਹਾਰਾਜ ਤਖਤਾਂ ਦੇ ਮਾਲਕ ਨੇ ਗੁਰੂ ਨਾਨਕ ਸਾਹਿਬ ਜੀ। ਸੱਚੇ ਪਾਤਸ਼ਾਹ ਪਾਤਸ਼ਾਹਾਂ ਦੇ ਪਾਤਸ਼ਾਹ ਹਨ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਨਾ ਕਿ ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਥਾਏ ਇਹ ਸ਼ਬਦ ਕਹੇ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਦੁਨੀਆ ਦੇ ਬਾਦਸ਼ਾਹ ਨਹੀਂ, ਦੀਨ ਦੁਨੀ ਦਾ ਬਾਦਸ਼ਾਹ। ਮਹਾਰਾਜ ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ ਪਾਤਸ਼ਾਹ ਨੇ। ਪਾਤਸ਼ਾਹ ਤੇ ਬਾਦਸ਼ਾਹ ਵਿੱਚ ਫਰਕ ਹੁੰਦਾ ਹੈ। ਬਾਦ ਦਾ ਅਰਥ ਹੁੰਦਾ ਝਗੜਾ, ਸ਼ਾਹ ਦਾ ਅਰਥ ਹੁੰਦਾ ਮਾਲਕ। ਜਿਹੜਾ ਝਗੜਿਆਂ ਦਾ ਹੀ ਮਾਲਕ ਹੋਵੇ ਉਹਨੂੰ ਬਾਦਸ਼ਾਹ ਕਹਿੰਦੇ ਆ। ਪਾਤ ਦਾ ਅਰਥ ਹੁੰਦਾ ਤਖਤ ਤੇ ਸ਼ਾਹ ਦਾ ਅਰਥ ਹੁੰਦਾ ਮਾਲਕ। ਜਿਹੜਾ ਤਖਤ ਦਾ ਮਾਲਕ ਹੋਵੇ ਉਹਨੂੰ ਪਾਤਸ਼ਾਹ ਕਹਿੰਦੇ ਆ। ਇਸੇ ਕਰਕੇ ਆਪਾਂ ਪੜ੍ਹਦੇ ਆ ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਦੂਜੀ, ਪਾਤਸ਼ਾਹੀ ਛੇਵੀਂ, ਪਾਤਸ਼ਾਹੀ ਦਸਵੀਂ। ਇਹ ਆਪਾਂ ਸ਼ਬਦ ਪੜ੍ਹਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਇਹ ਸ਼ਬਦ ਕਹੇ ਹੈ ਕਿ ਹਜੂਰ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹਾਂ ਦੇ ਪਾਤਸ਼ਾਹ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵੀ ਸ਼ਾਹ ਮਾਲਕ ਹਨ। ਗੁਰ ਭੇਟਤ ਮਨ ਓ ਮਾਹਾ, ਜੇ ਸੱਚਮੁੱਚ ਤੂੰ ਗੁਰੂ ਸਾਹਿਬ ਜੀ ਨੂੰ ਭੇਟਿਆ ਨਾ, ਮਿਲ ਪਿਆ, ਤੇ ਫਿਰ ਤੇਰੇ ਮਨ ਦੇ ਅੰਦਰ ਉਮਾਹ ਆ ਜਾਵੇਗਾ, ਚਾਹ ਆ ਜਾਵੇਗਾ, ਬੜਾ ਉਤਸ਼ਾਹ ਪੈਦਾ ਹੋਵੇਗਾ। ਜਿਹੜਾ ਮਨ ਮੁਰਝਾਇਆ ਰਹਿੰਦਾ ਹੈ ਸਰੀਰਕ ਰਸਾਂ ਵਿੱਚ, ਉਹ ਛੱਡ ਕੇ ਇਹਨਾਂ ਰਸਾਂ ਨੂੰ ਉਮਾਹ ਵਿੱਚ, ਖੇੜੇ ਵਿੱਚ ਆ ਜਾਵੇਗਾ ਅਤੇ ਨਿਹਾਲ ਹੋ ਜਾਵੇਗਾ। ਸਗਲ ਪਰਾਛਤ ਲਾਥੇ, ਸਾਰੇ ਪਰਾਛਤ ਦੁੱਖ ਜਿਹੜੇ ਆ ਉਹ ਤੇਰੇ ਫਿਰ ਲੱਥ ਜਾਣਗੇ।
ਸਾਰੇ ਪਾਪ ਜਿਹੜੇ ਉਹ ਤੇਰੇ ਲੱਥ ਜਾਣਗੇ। ਮਿਲ ਸਾਧ ਸੰਗਤ ਕੈ ਸਾਥੇ। ਕਦੋਂ? ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸਾਧ ਸੰਗਤ ਨਾਲ ਤੂੰ ਮਿਲ ਗਿਆ, ਸਤ ਸੰਗਤ ਵਿੱਚ ਤੇਰਾ ਮਨ ਲੱਗ ਗਿਆ, ਸ਼ਬਦ ਵਿੱਚ ਤੂੰ ਜੁੜ ਗਿਆ, ਉਦੋਂ ਤੇਰੇ ਸਾਰੇ ਕੀਤੇ ਪਾਪ ਲੱਥ ਜਾਣਗੇ। ਗੁਣ ਨਿਧਾਨ ਹਰ ਨਾਮਾ। ਗੁਣਾਂ ਦਾ ਖਜ਼ਾਨਾ ਹੈ ਮੇਰੇ ਹਰੀ ਦਾ ਨਾਮ। ਇੱਕ ਗੁਣ ਨਹੀਂ, ਸਾਰੇ ਗੁਣਾਂ ਦਾ ਖਜ਼ਾਨਾ ਹੈ ਵਾਹਿਗੁਰੂ ਦਾ ਨਾਮ। ਜਪ ਪੂਰਨ ਹੋਏ ਕਾਮਾ। ਜਿਸ ਜਿਸ ਨੇ ਜਪਿਆ ਹੈ ਉਹਦੇ ਉਹਦੇ ਹੀ ਕਾਰਜ ਵਾਹਿਗੁਰੂ ਨੇ ਪੂਰੇ ਕਰ ਦਿੱਤੇ ਹੈ। ਸਤਿਗੁਰੂ ਜੀ ਕਹਿੰਦੇ ਨੇ, ਗੁਰ ਪੂਰਾ ਜਿਨ ਸਿਮਰਿਆ ਸਈ ਭਏ ਨਿਹਾਲ। ਨਾਨਕ ਨਾਮ ਆਰਾਧਣਾ ਕਾਰਜ ਆਵੈ ਰਾਸ। ਕੀਤਾ ਲੋੜੀਐ ਕੰਮ ਸੁਹਰ ਭਏ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਪੂਰੇ ਗੁਰੂ ਜੀ ਆਪ ਹੀ ਫਿਰ ਵਿਘਨਾਂ ਨੂੰ ਕੱਟ ਕੇ ਸਭ ਕਾਰਜ ਮਹਾਰਾਜ ਰਾਸ ਕਰ ਦਿੰਦੇ ਐ। ਸਭ ਤੋਂ ਵੱਡਾ ਕਾਰਜ ਹੁੰਦਾ ਹੈ ਕਿ ਮੈਨੂੰ ਮੁਕਤ ਵੀ ਮਿਲ ਜਾਵੇ। ਮਹਾਰਾਜ ਮੁਕਤ ਵੀ ਦੇ ਦਿੰਦੇ ਐ। ਫਿਰ ਇਹ ਕਾਰਜ ਹੁੰਦਾ ਸੰਸਾਰ ਦੇ ਅੰਦਰ ਮੇਰੇ ਸਾਰੇ ਹੀ ਕੰਮ ਪੂਰੇ ਹੋ ਜਾਣ। ਸਤਿਗੁਰੂ ਜੀ ਉਹ ਵੀ ਸਾਰੇ ਕਾਰਜ ਪੂਰੇ ਕਰ ਦਿੰਦੇ ਆ। ਗੁਰ ਕੀਨੋ ਮੁਕਤ ਦੁਆਰਾ। ਸਤਿਗੁਰੂ ਜੀ ਨੇ ਅਵਤਾਰ ਧਾਰ ਕੇ ਸਿੱਖੀ ਬਖਸ਼ਿਸ਼ ਕੀਤੀ ਹੈ, ਮੁਕਤੀ ਦਾ ਦੁਆਰਾ ਹੀ ਪ੍ਰਗਟ ਕੀਤਾ ਹੈ। ਫਿਰ ਮਹਾਰਾਜ ਨੇ ਸੰਗਤ ਸਾਜੀ ਹੈ। ਇਹ ਕਲਯੁਗ ਦੇ ਅੰਦਰ ਮੁਕਤੀ ਦਾ ਦੁਆਰਾ ਹੀ ਸਤਿਗੁਰਾਂ ਪ੍ਰਗਟ ਕਰ ਦਿੱਤਾ ਹੈ। ਮਹਾਰਾਜ ਦੇ ਦੋ ਸਿੱਖ ਹੋਏ ਹੈ, ਪਿਰਥੀਮਲ ਸੈਗਲ ਤੇ ਰਾਮਾ ਟਿੱਡੀ। ਇਹ ਨਾਮ ਆਉਂਦੇ ਉਹਨਾਂ ਦੇ ਇਤਿਹਾਸ ਵਿੱਚ। ਕਹਿੰਦੇ ਮਹਾਰਾਜ ਸੰਸਾਰ ਵਿੱਚ ਸਾਰਾ ਕੁਝ ਪ੍ਰਾਪਤ ਹੈ, ਪਰ ਮਹਾਰਾਜ ਹੁਣ ਇੱਛਾ ਜਾਗੀ ਹੈ ਤੁਹਾਡੇ ਦਰਸ਼ਨ ਕਰਕੇ ਮੁਕਤੀ ਦਾ ਰਾਹ ਦੱਸੋ। ਸਤਿਗੁਰੂ ਜੀ ਕਹਿੰਦੇ ਪਿਰਥੀਮਲ ਸੈਗਲ ਸਵੇਰੇ ਤੇ ਸ਼ਾਮ ਦੋਵੇਂ ਵਕਤ ਸੰਗਤ ਵਿੱਚ ਆ ਕਰਕੇ ਕੀਰਤਨ ਸੁਣਿਆ ਕਰਿਓ, ਮੁਕਤ ਹੋ ਜਾਓਗੇ। ਬੜੇ ਹੈਰਾਨ ਹੋਏ। ਮਹਾਰਾਜ ਯਕੀਨ ਨਹੀਂ ਆਉਂਦਾ। ਸਤਿਗੁਰੂ ਜੀ ਕਹਿੰਦੇ ਕੀ ਕਾਰਨ? ਕਹਿੰਦੇ ਮਹਾਰਾਜ ਇਹ ਛੋਟਾ ਜਿਹਾ ਸਾਧਨ ਮੈਂ ਤੇ ਐਡਾ ਵੱਡਾ ਮੁਕਤੀ ਦਾ ਪ੍ਰਸਾਦ ਮਿਲ ਜਾਂਦਾ ਹੈ। ਮਹਾਰਾਜ ਕਹਿੰਦੇ ਹਾਂ। ਕਹਿੰਦੇ ਸਤਿਗੁਰੂ ਜੀ ਵਿਸ਼ਵਾਸ ਨਹੀਂ ਹੁੰਦਾ। ਅਸੀਂ ਤਾਂ ਸੋਚਿਆ ਸੀ ਤੁਸੀਂ ਕਹੋਗੇ ਧੂਣੀਆਂ ਤੌਣੀਆਂ ਪੈਣਗੀਆਂ, ਕੋਈ ਬਰਫੀਲੀਆਂ ਚੋਟੀਆਂ ਤੇ ਤਪੱਸਿਆ 12-12 ਸਾਲ ਕਰਨੀ ਪਵੇਗੀ, ਐਡਾ ਕੋਈ ਔਖਾ ਸਾਧਨ ਦੱਸੋਗੇ। ਤੇ ਫਿਰ ਮਹਾਰਾਜ ਜੀ ਨੇ ਆਖਿਆ ਸੀ, ਹੇ ਪਿਰਥੀਮਲ ਸੈਗਲ, ਲੱਕੜਹਾਰਾ ਸਾਰਾ ਦਿਨ ਜੰਗਲ ਵਿੱਚ ਲੱਕੜਾਂ ਕੱਟਦਾ, ਕਿੱਡੀ ਮਿਹਨਤ ਕਰਦਾ, ਪਰ ਉਹਦੀ ਮਜ਼ਦੂਰੀ ਬਹੁਤ ਥੋੜੀ ਮਿਲਦੀ ਉਹਨੂੰ ਜਦੋਂ ਵੇਚਦਾ ਲੱਕੜਾਂ ਨੂੰ ਆ ਕੇ। ਪਰ ਜਿਹੜੇ ਹੋਰ ਵਪਾਰੀ ਲੋਕ ਹੁੰਦੇ ਆ ਨਾ, ਚੀਜ਼ਾਂ ਵਸਤਾਂ ਦਾ ਸੰਖੇਪ ਵਿੱਚ ਬੇਨਤੀ ਕਰਾਂ, ਇਹਦਾ ਵਿਸਥਾਰ ਹੈ ਉੱਦਾਂ, ਉਹਨਾਂ ਨੂੰ ਲੱਕੜਹਾਰੇ ਤੋਂ ਮਿਹਨਤ ਹੋਰ ਘਟ ਜਾਂਦੀ ਹੈ, ਪਰ ਲਾਭ ਲੱਕੜਹਾਰੇ ਨਾਲੋਂ ਹੋਰ ਵੱਧ ਮਿਲ ਜਾਂਦਾ ਹੈ। ਫਿਰ ਸੋਨੇ ਦੇ ਵਪਾਰੀ ਹੁੰਦੇ, ਉਹਨਾਂ ਦੀ ਮਿਹਨਤ ਹੋਰ ਘਟ ਜਾਂਦੀ ਹੈ, ਲਾਭ ਵੱਧ ਜਾਂਦਾ ਹੈ। ਅਖੀਰ ਤੇ ਮਹਾਰਾਜ ਕਹਿੰਦੇ ਹੀਰਿਆਂ ਦੇ ਵਪਾਰੀ ਹੁੰਦੇ ਐ, ਉਹਨਾਂ ਦੀ ਮਿਹਨਤ ਤਾਂ ਨਾ ਮਾਤਰ ਹੀ ਹੁੰਦੀ ਹੈ ਲੱਕੜਹਾਰੇ ਦੇ ਬਰਾਬਰ, ਤੇ ਲਾਭ ਤਾਂ ਉਹ ਇੱਕ ਗਾਹਕ ਤੋਂ ਹੀ ਸਾਲ ਦਾ ਇਕੱਠਾ ਹੀ ਖੱਟ ਲੈਂਦੇ ਐ। ਸਤਿਗੁਰੂ ਜੀ ਕਹਿੰਦੇ ਨਾਮ ਦਾ ਜਪਣਾ ਕਲਯੁਗ ਦੇ ਅੰਦਰ ਹੀਰਿਆਂ ਦੇ ਵਪਾਰ ਕਰਨ ਦੀ ਨਿਆਈ ਹੈ। ਜੇ ਤੁਸੀਂ ਹੁਣ ਧੂਣੀਆਂ ਤੌਣੀਆਂ ਮੰਤਰਾਂ ਦੇ ਜਾਪ ਕਰਨੇ, ਪਾਣੀ 'ਚ ਖਲੋ ਕੇ ਜਲ ਧਾਰੇ ਕਰਨੇ ਐ, ਉਹ ਤਾਂ ਫਿਰ ਲੱਕੜਹਾਰੇ ਦੀ ਤਰ੍ਹਾਂ ਫਲ ਬਹੁਤ ਥੋੜਾ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰਮੰਤਰ ਜਪਣਾ ਨਾ ਕਲਯੁਗ ਦੇ ਅੰਦਰ ਇਹ ਸਿੱਧਾ ਮੁਕਤੀ ਦਾ ਸਾਧਨ ਹੈ। ਮਹਾਰਾਜ ਜੀ ਨੇ ਸਤਸੰਗਤ ਮੁਕਤੀ ਦੇ ਵਾਸਤੇ ਦੁਆਰਾ ਹੀ ਸਤਿਗੁਰਾਂ ਬਣਾਇਆ ਕਿ ਸੰਸਾਰ ਦੇ ਜੀਵ ਸਤਸੰਗਤ ਦੇ ਦੁਆਰੇ ਵਿੱਚੋਂ ਲੰਘ ਕੇ ਮੁਕਤ ਹੋ ਜਾਣ। ਸਭ ਸ੍ਰਿਸ਼ਟ ਕਰੈ ਜੈਕਾਰਾ। ਇੱਕ ਨਹੀਂ ਦੋ ਨਹੀਂ, ਸਭ ਸ੍ਰਿਸ਼ਟੀ ਦੇ ਜੀਵ ਗੁਰੂ ਨਾਨਕ ਸਾਹਿਬ ਦੀ ਜੈ ਜੈਕਾਰ ਕਰਦੇ ਨੇ। ਨਾਨਕ ਪ੍ਰਭ ਮੇਰੇ ਸਾਥੇ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਉਦੋਂ ਫਿਰ ਇਹ ਪ੍ਰਤੀਤ ਹੁੰਦਾ ਜਦੋਂ ਗੁਰੂ ਕਿਰਪਾ ਵਰਤਦੀ ਹੈ ਕਿ ਪ੍ਰਭੂ ਮੇਰੇ ਸਾਥ ਹੈ ਹਰ ਵੇਲੇ, ਗੁਰੂ ਸਾਹਿਬ ਮੇਰੇ ਕੋਲ ਹਨ ਹਰ ਵੇਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਦਾ ਸਤਿਗੁਰੂ ਜੀ ਕੋਲ ਭਾਸਦੇ ਹਨ। ਜਨਮ ਮਰਨ ਭੈ ਲਾਥੇ। ਜਿਹੜਾ ਹੁਣ ਭੈ ਚੰਬੜਿਆ ਹੋਇਆ ਮੌਤ ਦਾ, ਤੇ ਵੱਡੇ ਵੱਡੇ ਤਾਕਤਵਰ ਵੀ ਕੰਬ ਜਾਂਦੇ ਮੌਤ ਦਾ ਨਾਂ ਸੁਣ ਕਰਕੇ। ਸਤਿਗੁਰੂ ਜੀ ਕਹਿੰਦੇ ਉਹ ਜਨਮ ਦਾ ਵੀ ਤੇ ਮਰਨ ਦਾ ਵੀ ਸਾਰਾ ਹੀ ਭੈ ਲੱਥ ਜਾਂਦਾ ਹੈ। ਗੁਰੂ ਸਾਹਿਬ ਇਹੋ ਜੀ ਕਿਰਪਾ ਕਰਦੇ ਹੈ, ਆਪਣੇ ਅਸਲ ਸਰੂਪ ਦਾ ਦਰਸ਼ਨ ਕਰਾ ਦਿੰਦੇ ਆ ਜਿਹੜਾ ਜੰਮਣ ਤੇ ਮਰਨ ਵਿੱਚ ਨਹੀਂ ਆਉਂਦਾ। ਇਹ ਸਤਿਗੁਰਾਂ ਜੀ ਨੇ ਪਵਿੱਤਰ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ। ਲਗਾਤਾਰ 1 ਹਫ਼ਤੇ ਇਸ ਅਸਥਾਨ ਤੇ ਦਾਸ ਨੇ ਹਾਜ਼ਰੀ ਭਰੀ ਹੈ।
ਸਿੰਘਾਂ ਨੇ ਬਹੁਤ ਪਿਆਰ ਦਿੱਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਇਹ ਪਿਆਰ ਸਦਾ ਇਤਫਾਕ ਆਪਸ ਵਿੱਚ ਸਦਾ ਕਾਇਮ ਰਹੇ, ਕਿਉਂਕਿ ਜਦੋਂ ਆਪਸ ਦੇ ਅੰਦਰ ਮਿਲ ਬੈਠੀਏ, ਕੋਈ ਸਾਂਝ ਪਾਈਏ, ਜਦੋਂ ਸਮਾਂ ਤਬਦੀਲ ਹੋ ਜਾਂਦਾ ਹੈ, ਕਦੇ ਬਹੁ ਗਿਣਤੀ ਵਿੱਚ ਮਹਾਂਪੁਰਖਾਂ ਦੇ ਨਾਲ ਜਥੇ ਦੇ ਸਿੰਘ ਵਿਚਰਿਆ ਕਰਦੇ, ਸਮਾਂ ਬਦਲਣ ਨਾਲ ਆਪੋ ਆਪਣੇ ਥਾਵਾਂ 'ਤੇ ਸਭ ਨੂੰ ਸੰਸਾਰਕ ਜ਼ਿੰਮੇਵਾਰੀਆਂ ਵੀ ਨੇ। ਜੋ ਵਾਹਿਗੁਰੂ ਨੇ ਜਿਹਦੀ ਡਿਊਟੀ ਲਾਈ ਹੋਈ ਹੈ ਉਹ ਨਿਭਾ ਰਹੇ ਹੈ, ਪਰ ਅੰਦਰੋਂ ਜਿਹੜਾ ਸਤਸੰਗਤ ਦਾ ਪਿਆਰ ਹੈ, ਗੁਰਸਿੱਖਾਂ ਦੀ ਸੇਵਾ ਦਾ ਉਮਾਹ ਹੈ, ਉਹ ਸਤਿਗੁਰੂ ਜੀ ਸਦਾ ਇਉਂ ਬਣਾਈ ਰੱਖਣ। ਸਦਾ ਸੱਚੇ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੋਰਨਾਂ ਦੂਰੋਂ ਦਰੇਡਿਓਂ ਸ਼ਹਿਰਾਂ ਵਿੱਚੋਂ ਵੀ ਆਪ ਜੀ ਨੇ ਆ ਕਰਕੇ ਸੰਗਤ ਵਿੱਚ ਹਾਜ਼ਰੀਆਂ ਭਰੀਆਂ। ਸਭ ਨੂੰ ਜੀਓ ਆਇਆਂ, ਸਭ ਦਾ ਬਹੁਤ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਗੁਰ ਕੀਨੋ ਮੁਕਤ ਦੁਆਰਾ, ਸਭ ਸ੍ਰਿਸ਼ਟ ਕਰੈ ਜੈਕਾਰਾ। ਨਾਨਕ ਪ੍ਰਭ ਮੇਰੇ ਸਾਥੇ, ਜਨਮ ਮਰਨ ਭੈ ਲਾਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਰ ਬ੍ਰਹਮ ਅਵਿਨਾਸੀ ਅਗਨਾਸ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹੋਤ ਹੈ। ਸੁਨਹੁ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।